ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਮੌਜੂਦ ਨੇ। ਗੱਲ ਜਦੋਂ ਅਸੀਂ ਸਿਆਸਤ ਦੇ ਵਿੱਚ ਮੁੱਦਿਆਂ ਦੀ ਕਰਦੇ ਹਾਂ, ਮੁੱਦਿਆਂ ਨੂੰ ਉਭਾਰਨ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਬਲਕਿ ਉਹਨਾਂ ਦਾ ਹੱਲ ਕੱਢਣਾ ਚਾਹੀਦਾ। ਮੁੱਦੇ ਪੰਜਾਬ ਦੇ ਜਦੋਂ ਅਸੀਂ ਮਾਫੀਏ ਦੀ ਗੱਲ ਕਰਦੇ ਹਾਂ ਤਾਂ ਅੱਜ ਕੱਲ ਚਰਚਾ ਜਿਹੜੀ ਆ ਉਹ ਟਰਾਂਸਪੋਰਟ ਮਾਫੀਏ ਦੀ, ਹਾਲਾਂਕਿ ਲੰਮੇ ਸਮੇਂ ਤੋਂ ਹੁੰਦੀ ਹੈ, ਪਰ ਜਦੋਂ ਕੋਈ ਨਵਾਂ ਮੰਤਰੀ ਬਣਦਾ ਤਾਂ ਉਹਦੇ ਤੋਂ ਉਮੀਦਾਂ ਉੱਠਦੀਆਂ। ਰਾਜਾ ਵੜਿੰਗ ਹੋਣਾ ਤੋਂ ਉਮੀਦਾਂ ਕੀਤੀਆਂ ਜਾ ਰਹੀਆਂ ਕਿ ਇਹ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦਾ ਉਸ ਤਰੀਕੇ ਦੇ ਨਾਲ ਨਵੀਨੀਕਰਨ, ਕਹਿ ਲਓ ਕਿ ਸਰਕਾਰੀ ਬੱਸਾਂ ਦਾ ਖਜ਼ਾਨਾ ਜਿਹੜਾ ਲਗਾਤਾਰ ਬੱਸਾਂ ਦਾ ਡੁੱਬਦੇ ਜਾਣਾ, ਪ੍ਰਾਈਵੇਟ ਮਾਫੀਆ ਜਿਹੜਾ ਉਹ ਉੱਪਰ ਵੱਧਦਾ ਜਾ ਰਿਹਾ ਤੇ ਸਰਕਾਰੀ ਬੱਸਾਂ ਜਿਹੜੀਆਂ ਨੇ ਉਹਨਾਂ ਨੂੰ ਦਿੱਲੀ ਦੇ ਹਵਾਈ ਅੱਡੇ ਤੱਕ ਐਂਟਰੀ ਨਹੀਂ ਮਿਲਦੀ। ਤਾਂ ਇਹਦੇ ਪਿੱਛੇ ਬਹੁਤ ਕੁਝ ਇਹੋ ਜਿਹਾ ਜਿਹਦੇ ਉੱਤੇ ਸਵਾਲ ਖੜੇ ਹੁੰਦੇ ਨੇ। ਅਸੀਂ ਚਰਚਾ ਇਹ ਕਰਾਂਗੇ ਕਿ ਪੰਜਾਬ ਦੇ ਵਿੱਚ ਟਰਾਂਸਪੋਰਟ ਮਾਫੀਆ ਕਦੋਂ ਆਇਆ, ਇਹਦੇ ਪੈਰ ਲਾਉਣ ਵਾਲਾ ਕੌਣ ਸੀ, ਕਿਹੜੀਆਂ ਸਰਕਾਰਾਂ ਦੀ ਕੀ ਭੂਮਿਕਾ ਰਹੀ, ਤੇ ਟਰਾਂਸਪੋਰਟ ਨੀਤੀ ਅੱਗੋਂ ਜੇ ਸੁਧਾਰ ਦੀ ਗੱਲ ਹੋਵੇ ਤਾਂ ਟਰਾਂਸਪੋਰਟ ਨੀਤੀ ਕਿੱਦਾਂ ਦੀ ਹੋਣੀ ਚਾਹੀਦੀ ਹੈ। ਜਦੋਂ ਅਸੀਂ ਗੁਆਂਢੀ ਸੂਬਿਆਂ ਵੱਲ ਝਾਤ ਪਾਉਂਦੇ ਹਾਂ, ਇੱਧਰ ਹਰਿਆਣਾ ਤੇ ਦੂਜੇ ਪਾਸੇ ਹਿਮਾਚਲ, ਦੋਨੋਂ ਪਾਸੇ ਟਰਾਂਸਪੋਰਟ ਦਾ ਕੀ ਹਾਲ ਹੈ ਤੇ ਸਾਡੇ ਪੰਜਾਬ ਦੇ ਵਿੱਚ ਕੀ ਹਾਲ ਹੈ। ਚੰਨੀ ਸਰਕਾਰ ਤੋਂ ਉਮੀਦਾਂ ਨੇ, ਇਸ ਲਈ ਅਸੀਂ ਮੁੱਦਿਆਂ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਸਵਾਗਤ ਹੈ ਤੁਹਾਡਾ ਹਮੀਰ ਸਿੰਘ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਟਰਾਂਸਪੋਰਟ ਮਾਫੀਆ ਦੀ ਗੱਲ ਮੈਂ ਚਾਹੁੰਦਾ ਕਿ ਅਸੀਂ ਸ਼ੁਰੂ ਤੋਂ ਗੱਲ ਕਰੀਏ ਕਿ ਆਖਿਰਕਾਰ ਪੰਜਾਬ ਦੇ ਵਿੱਚ ਪਹਿਲਾਂ ਹਾਲਾਤ ਕੀ ਸੀ ਜਦੋਂ ਮਾਫੀਆ ਟਰਾਂਸਪੋਰਟ ਆਇਆ ਤੇ ਇਹਨੂੰ ਆਉਣ ਦੀ ਲੋੜ ਕਿਉਂ ਪਈ? ਅਸਲ ਦੇ ਵਿੱਚ ਸ਼ੁਰੂਆਤੀ ਸਮੇਂ ਦੇ ਵਿੱਚ ਤਾਂ ਕਿਉਂਕਿ ਸਾਰੀਆਂ ਸੇਵਾਵਾਂ ਨਾਰਮਲੀ ਗਵਰਨਮੈਂਟਾਂ ਹੀ ਦੇਖਦੀਆਂ ਸੀ। ਆਜ਼ਾਦੀ ਤੋਂ ਬਾਅਦ ਦੀ ਜੇਕਰ ਗੱਲ ਕਰੀਏ, ਆਜ਼ਾਦੀ ਤੋਂ ਬਾਅਦ ਸਭ ਤੋਂ ਪਹਿਲਾਂ 1948 ਦੇ ਵਿੱਚ 30 ਬੱਸਾਂ ਦੇ ਕਾਫਲੇ ਦੇ ਨਾਲ ਪੰਜਾਬ ਰੋਡਵੇਜ਼ ਸ਼ੁਰੂ ਹੋਏ ਸੀ। ਕਿਉਂਕਿ ਆਜ਼ਾਦੀ ਤਾਜ਼ਾ ਆਈ ਸੀ, ਗਵਰਨਮੈਂਟਾਂ ਦੀ ਜ਼ਿੰਮੇਵਾਰੀ ਸੀ ਕਿ ਕੁਛ ਨਾ ਕੁਛ ਟਰਾਂਸਪੋਰਟ ਹੋਣੀ ਚਾਹੀਦੀ ਹੈ ਲੋਕਾਂ ਨੂੰ, ਪਬਲਿਕ ਟਰਾਂਸਪੋਰਟ। ਤੇ ਉਸ ਸਮੇਂ ਪੰਜਾਬ ਰੋਡਵੇਜ਼ ਦੀ ਬੱਸ 1985 ਤੱਕ ਆਉਂਦੇ 2407 ਬੱਸਾਂ ਦੀ ਫਲੀਟ ਹੋ ਗਈ। ਇਹ ਸਾਰੇ ਮਤਲਬ ਪੰਜਾਬ ਰੋਡਵੇਜ਼ ਦੇ ਤੋਂ ਜਿਵੇਂ ਲੋੜ ਵੱਧਦੀ ਗਈ ਤਿਵੇਂ ਸਰਕਾਰੀ ਬੱਸਾਂ ਪੈਂਦੀਆਂ ਗਈਆਂ, ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਤੇ ਲੋਕਾਂ ਨੂੰ ਸਹੂਲਤਾਂ ਵੀ। ਔਰ ਇਸੇ ਤਰ੍ਹਾਂ 1956 ਦੇ ਵਿੱਚ PRTC ਜਿਹੜੀ ਹੈ ਉਹ ਸਟਾਰਟ ਹੁੰਦੀ ਹੈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਇਹ ਪੰਜਾਬ ਦਾ ਹਿੱਸਾ ਨਹੀਂ ਸੀ, ਪੈਪਸੂ ਸੀ ਅਲੱਗ, ਪੈਪਸੂ ਸਟੇਟ ਅਲੱਗ ਸੀ 47 ਤੋਂ ਬਾਅਦ। ਇਸ PRTC ਉਧਰ ਹੈ। ਫਿਰ 66 ਤੋਂ ਬਾਅਦ ਜਦੋਂ ਪੈਪਸੂ ਪੰਜਾਬ ਦਾ ਹਿੱਸਾ ਬਣ ਗਿਆ, ਜਦੋਂ ਹਰਿਆਣਾ ਅਲੱਗ ਹੋ ਗਿਆ ਤੇ ਹਿਮਾਚਲ ਦਾ ਵੀ ਇੱਕ ਹਿੱਸਾ ਅਲੱਗ ਹੋ ਗਿਆ, ਉਦੋਂ ਬਾਅਦ ਇਹ PRTC ਵੀ ਫਿਰ ਪੰਜਾਬ ਦੇ ਉਸ ਲੈਵਲ ਦਾ ਹੀ ਹਿੱਸਾ ਬਣ ਗਈ। ਤੇ ਚੱਲਦੇ ਫਿਰ 85 ਤੋਂ ਬਾਅਦ ਇਹ ਜ਼ਿਆਦਾ ਮਾਮਲਾ ਹੋਇਆ। ਹਾਲਾਂਕਿ ਕੁਝ ਬੱਸਾਂ ਪ੍ਰਾਈਵੇਟ ਉਦੋਂ ਪੁਰਾਣੀਆਂ ਵੀ ਸੀ, ਪਰ ਉਹ ਇੱਕਾ ਦੁੱਕਾ ਸੀ। ਇੱਕ ਤਾਂ ਵੱਡੀ ਸਿੰਡੀਕੇਟ ਦੇ ਮਤਲਬ ਟਰਾਂਸਪੋਰਟ ਦੇ ਤੌਰ ਤੇ ਅੰਬਾਲਾ ਬੱਸ ਸਿੰਡੀਕੇਟ ਸੀ, ਇੱਕ ਜਿਹੜੀ ਬਹੁਤ ਪੁਰਾਣੀ ਬੱਸ ਸੀ, ਚੰਡੀਗੜ੍ਹ ਆਲੇ ਦੁਆਲੇ ਬਹੁਤ ਵੱਡੇ ਪੱਧਰ ਤੇ ਦੇਖੀ ਜਾਂਦੀ ਸੀ, ਜਿਹੜੀ ਹੁਣ ਲਗਭਗ ਲੋਪ ਜੀ ਹੁੰਦੀ ਨਜ਼ਰ ਆਉਂਦੀ ਹੈ। ਬਹੁਤ ਥੋੜੀਆਂ ਬੱਸਾਂ ਕਿਤੇ ਰਹਿ ਗਈ। ਉਹ ਸਭ ਤੋਂ ਬੜੀ ਟਰਾਂਸਪੋਰਟਾਂ ਚੋਂ ਮੰਨੀ ਜਾਂਦੀ ਸੀ, ਇਸ ਏਰੀਏ ਦੇ ਵਿੱਚ ਆਉਂਦੀ ਜਾਂਦੀ। ਤੇ ਇਹੀ ਦੇਖਿਆ ਲੋਕਾਂ ਨੇ ਕਿ ਪ੍ਰਾਈਵੇਟ ਕਿਸੇ ਬੱਸ ਨੂੰ ਚੰਡੀਗੜ੍ਹ ਦੇ ਵਿੱਚ ਜੇ ਜਾਣ ਦੀ ਇਜਾਜ਼ਤ ਸੀ ਤਾਂ ਉਹ ਕੇਵਲ ਅੰਬਾਲਾ ਬੱਸ ਸਿੰਡੀਕੇਟ ਨੂੰ ਸੀ, ਕਿਉਂਕਿ ਉਹ ਬੜੀ ਪੁਰਾਣਾ ਰੂਟ ਸੀ ਉਹਦੇ ਕੋਲ, ਜਦੋਂ ਚੰਡੀਗੜ੍ਹ ਰਾਜਧਾਨੀ ਵੀ ਨਹੀਂ ਸੀ ਬਣਿਆ, ਜਦੋਂ ਬਾਕੀ ਦੀਆਂ ਚੀਜ਼ਾਂ ਇਹ ਸਾਰੀਆਂ ਹੋ ਗਈਆਂ ਸੀ। ਉਸ ਤੋਂ ਬਾਅਦ 85 ਦੇ ਦੌਰ ਤੋਂ ਬਾਅਦ 90 ਤੱਕ ਆਉਂਦੇ 90ਵਿਆਂ ਦੇ ਵਿੱਚ ਫਿਰ ਇੱਕ ਓਵਰਆਲ ਪਾਲਿਸੀ ਆਉਂਦੀ ਹੈ, ਦੇਸ਼ ਦੇ ਵਿੱਚ ਹੀ ਪਾਲਿਸੀ ਆਉਂਦੀ ਹੈ ਤੇ ਪੰਜਾਬ ਉਹਨੂੰ ਬਹੁਤ ਤੇਜ਼ੀ ਨਾਲ ਲਾਗੂ ਕਰਦਾ ਹੈ। ਉਹ ਟੋਟਲ ਪ੍ਰਾਈਵੇਟਾਈਜੇਸ਼ਨ ਦੀ ਪਾਲਿਸੀ ਹੈ। ਉਹਦੇ ਚ ਸਕੂਲ ਵੀ, ਉਹਦੇ ਸਿਹਤ ਵੀ, ਉਹਦੇ ਚ ਟਰਾਂਸਪੋਰਟ ਵੀ, ਉਹਦੇ ਚ ਵੱਖ-ਵੱਖ ਚੀਜ਼ਾਂ ਜਿਹੜੀਆਂ ਨੇ ਆਉਣ ਲੱਗੀਆਂ। ਔਰ ਉਹਨਾਂ ਦਿਨਾਂ ਦੇ ਵਿੱਚ ਹੀ ਸ਼ੁਰੂ ਤੋਂ ਹੀ ਪੰਜਾਬ ਦਾ ਸਿਆਸਤਦਾਨ, ਕਿਉਂਕਿ ਪੰਜਾਬੀਆਂ ਦਾ ਪਤਾ ਨਹੀਂ ਟਰਾਂਸਪੋਰਟ ਨਾਲ ਤੇ ਹਥਿਆਰਾਂ ਨਾਲ, ਦੋ ਚੀਜ਼ਾਂ ਨਾਲ ਕਾਫੀ ਲਗਾਓ ਪਿਛੋਕੜ ਚ ਹੈ। ਬੱਸਾਂ ਛੱਡ ਦਿਓ, ਜੇਕਰ ਓਵਰਆਲ ਟਰਾਂਸਪੋਰਟ ਦੀ ਆਪਾਂ ਗੱਲ ਕਰੀਏ, ਟਰੱਕਾਂ ਦੇ ਰੂਪ ਚ, ਟੈਂਪੂਆਂ ਦੇ ਰੂਪ ਚ, ਚਾਹੇ ਉਹ ਕਲਕੱਤੇ ਚਲੇ ਜਾਓ, ਚਾਹੇ ਦੇਸ਼ ਦੇ ਦੂਜੇ ਹਿੱਸੇ ਚਲੇ ਜਾਓ, ਈਵਨ ਸਾਡੇ ਮੁੰਡੇ ਹੁਣ ਵੀ ਜਿਹੜੇ ਵਿਦੇਸ਼ ਦੇ ਵਿੱਚ ਜਾ ਕੇ ਵੀ ਟਰਾਲੇ ਚਲਾਉਣ ਨੂੰ ਤਰਜੀਹ ਮੇਨਲੀ ਦਿੰਦੇ ਨੇ। ਮਤਲਬ ਇੱਕ ਟਰਾਂਸਪੋਰਟ ਦੇ ਨਾਲ ਇੱਕ ਨਾਤਾ ਹੈ ਪੰਜਾਬ ਦੇ ਲੋਕਾਂ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਪੱਧਰ ਦੇ ਉੱਤੇ। ਹੌਲੀ ਫਿਰ ਇਹਨੇ ਦੇਖਿਆ, ਮਤਲਬ ਪ੍ਰਾਈਵੇਟ ਪਲੇਅਰ ਜਿੰਨੇ ਜਿਹੜੇ ਸਿਆਸਤ ਚ ਵੀ ਆਏ, ਕਿ ਇਹ ਇੱਕ ਚੰਗਾ ਮਤਲਬ ਇਹ ਤੋਂ ਪ੍ਰੋਫਿਟੇਬਲ ਸਾਧਨ ਹੈ ਜਾਂ ਇਹ ਚੀਜ਼ਾਂ ਹੋ ਸਕਦੀਆਂ ਨੇ। ਜਦੋਂ ਹੋਰ ਬਹੁਤ ਜ਼ਿਆਦਾ ਪਹੁੰਚਾ ਨਹੀਂ ਸੀ, ਆਮ ਬੰਦਾ ਜਿਹੜੇ ਖਾਸ ਤੌਰ ਤੇ ਪੇਂਡੂ ਮਾਹੌਲ ਚੋਂ ਆਏ ਸਿਆਸਤਦਾਨ ਸੀ, ਉਹ ਜ਼ਿਆਦਾ ਟਰਾਂਸਪੋਰਟ ਦੇ ਵਿੱਚ ਹੀ ਆਏ। ਪਹਿਲਾਂ ਉਹਨਾਂ ਨੇ ਟਰੱਕ ਯੂਨੀਅਨ ਦਾ ਰਾਹੀਂ ਟਰੱਕ ਪਾਏ ਹੁੰਦੇ ਸੀ। ਆਪਾਂ ਪੰਜਾਬ 'ਚ ਦੇਖਿਆ ਕਿ ਟਰੱਕ ਯੂਨੀਅਨਾਂ ਦੇ ਰਾਹੀਂ ਬਹੁਤ ਬੰਦੇ ਪਹਿਲਾਂ ਪ੍ਰਧਾਨ ਬਣਦੇ, ਫਿਰ MLA ਵੀ ਬਣ ਗਏ, ਮੰਤਰੀ ਵੀ ਬਣ ਗਏ, ਫਿਰ ਉਹ ਟਰਾਂਸਪੋਰਟਾਂ ਦੇ ਵਿੱਚ ਵੀ ਆਏ। ਉਹ ਇੱਕ ਰਸਤਾ ਵੀ ਸੀ ਸਿਆਸਤ 'ਚ ਆਉਣ ਦਾ ਵੱਡੇ ਪੱਧਰ ਦੇ ਉੱਤੇ।
ਤੇ ਫਿਰ ਜਦੋਂ ਪੋਲੀਟੀਸ਼ੀਅਨ ਇਹਦੇ ਵਿੱਚ ਆਏ ਤਾਂ ਪੋਲੀਟੀਸ਼ੀਅਨਾਂ ਨੇ ਇਹ ਕਰ ਲਿਆ, ਕਿਉਂਕਿ ਟਰਾਂਸਪੋਰਟ ਬਿਜ਼ਨਸਮੈਨ ਇੱਕ ਸਿਆਣਾ ਵੀ ਹੋ ਜਾਂਦਾ, ਨਾਲ ਤਾਕਤ ਵੀ ਆ ਗਈ ਦੋਨਾਂ ਦੇ ਵਿੱਚ। ਫਿਰ ਇਹਨਾਂ ਨੇ ਇੱਕ ਆਰਗੇਨਾਈਜੇਸ਼ਨ ਬਣਾਈ ਆਪਣੀ ਉਸ ਪੱਧਰ ਦੇ ਉੱਤੇ। ਜਦੋਂ ਤਾਂ ਅਕਾਲੀ ਬੀਜੇਪੀ ਸਰਕਾਰ ਆਉਂਦੀ ਹੈ ਉਦੋਂ ਪ੍ਰਧਾਨ ਅਕਾਲੀ ਬੀਜੇਪੀ ਦਾ ਕੋਈ ਟਰਾਂਸਪੋਰਟਰ ਬਣਾ ਦਿੱਤਾ ਜਾਂਦਾ। ਤੇ ਬੜੇ ਲੰਮਾ ਸਮਾਂ ਤੁਹਾਡੇ ਸ਼ਾਇਦ ਯਾਦ ਹੋਵੇ ਕਿ ਬਟਾਲੇ ਤੋਂ ਸਾਹਨੀ ਸਾਹਿਬ ਬੀਜੇਪੀ ਦੇ ਲਗਾਤਾਰ ਜਿੱਤਦੇ ਆ, ਜਿਹੜੇ ਐਮਐਲਏ ਸੀ ਕਾਫੀ ਵਾਰ ਜਿੱਤੇ, ਉਹ ਜਦੋਂ ਅਕਾਲੀ ਬੀਜੇਪੀ ਹੁੰਦਾ ਉਹ ਪ੍ਰਧਾਨ ਹੁੰਦੇ ਸੀ। ਤੇ ਜਦੋਂ ਕਾਂਗਰਸ ਆਉਂਦੀ ਸੀ ਤੇ ਉਦੋਂ ਅਵਤਾਰ ਹੈ ਨਰੀ ਕਰਤਾਰ ਬੱਸ ਸਰਵਿਸ ਵਾਲੇ, ਜਿਨ੍ਹਾਂ ਕੋਲ 100 ਤੋਂ ਵੱਧ ਬੱਸਾਂ ਹੁਣ ਵੀ ਨੇ, ਉਹ ਸਾਰੇ ਮਤਲਬ ਉਹਨਾਂ ਨੂੰ ਬਣਾ ਦਿੰਦੇ ਸੀ। ਇਸ ਲਈ ਟਰਾਂਸਪੋਰਟਰਾਂ ਨੂੰ ਕਦੇ ਜਦੋਜਹਿਦ ਕਰਨ ਦੀ ਲੋੜ ਨਹੀਂ ਪੈਂਦੀ ਸੀ, ਕਿਉਂਕਿ ਉਹ ਸਾਰੇ ਬੈਠੇ ਹੁੰਦੇ ਨੇ ਕੈਬਨਿਟ 'ਚ ਜਾਂ ਆਲੇ ਦੁਆਲੇ ਜਿਹੜੇ ਬੰਦੇ, ਜੇ ਤੁਸੀਂ ਗਿਣਨ ਲੱਗ ਜਾਓ ਤਾਂ ਪੰਜਾਬ ਦੇ ਬਹੁਤ ਸਿਆਸਤਦਾਨਾਂ ਦਾ ਟਰਾਂਸਪੋਰਟ ਦੇ ਵਿੱਚ ਹਿੱਸਾ ਡਾਇਰੈਕਟ ਲਗਾ ਹੈਗਾ, ਵੱਡੇ ਵੱਡੇ ਘਰਾਂ ਤੋਂ ਲੈ ਕੇ ਛੋਟਿਆਂ ਤੱਕ, ਕਿਸੇ ਦਾ ਘੱਟ ਹੈ ਕਿਸੇ ਦਾ ਵੱਧ ਹੈ। ਪਰ ਪਿਛਲੇ ਸਮਿਆਂ ਦੇ ਵਿੱਚ ਜਦੋਂ ਤੋਂ ਅਕਾਲੀ ਦਲ ਦੀ 2007 ਦੀ ਸਰਕਾਰ ਆਈ ਹੈ, ਉਦੋਂ ਬਾਅਦ ਰੌਲਾ ਜ਼ਿਆਦਾ ਵਧਿਆ। ਜ਼ਿਆਦਾ ਇਸ ਤਰ੍ਹਾਂ ਵਧਿਆ ਕਿਉਂਕਿ ਇੱਕ ਮਾਹੌਲ ਬਣਿਆ, ਸਾਡੇ ਇੱਕ ਬਿਰਤਾਂਤ ਸਿਰਜਿਆ ਗਿਆ ਪੰਜਾਬ ਦੇ ਵਿੱਚ ਕਿ ਸ਼ਾਇਦ ਬਾਦਲ ਪਰਿਵਾਰ ਹੋਰਾਂ ਕੰਪਨੀਆਂ ਨੂੰ ਵੀ ਲਗਾਤਾਰ ਖਰੀਦਦਾ ਜਾ ਰਿਹਾ, ਜਾਂ ਜਿਹੜੇ ਵੱਡੇ ਟਰਾਂਸਪੋਰਟਰ ਨੇ ਉਹ ਇੱਕ ਜਿਵੇਂ ਕੰਸੋਰਟੀਅਮ ਬਣਾ ਲੈਂਦੇ ਨੇ ਕਿ ਇਕੱਠੇ ਹੋ ਕੇ ਆਪਾਂ ਦੂਜੇ ਛੋਟੇ ਪਲੇਅਰ ਵੀ ਵਿੱਚੋਂ ਕੱਢ ਦੇਣੇ ਹੁੰਦੇ ਨੇ। ਜਿਵੇਂ ਅੱਜ ਦੇ ਦੌਰ ਦੇ ਵਿੱਚ ਜੇ ਆਪਾਂ ਗੱਲ ਕਰੀਏ, ਅੱਜ ਦੇ ਦੌਰ ਦੇ ਵਿੱਚ ਕੇਵਲ 1800 ਬੱਸ ਜਿਹੜੀ ਹੈ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਆ, ਉਹਦੇ ਚ ਵੀ ਥੋੜੀਆਂ ਜਿਹਾ ਏਸੀ ਨੇ, ਥੋੜੀਆਂ ਜਿਹਾ ਖੜਕਦੀਆਂ ਨੇ, ਵੈਸੇ ਕੋਈ ਥੋੜੀਆਂ ਜਿਹਾ ਮਿੰਨੀ ਵੀ ਨੇ, ਉਹ ਪੰਜਾਬ ਰੋਡਵੇਜ਼ ਦੀ ਹੈ। 1128 ਬੱਸਾਂ ਪੀਆਰਟੀਸੀ ਦੇ ਨੇੜੇ ਤੇੜੇ ਮੰਨੀਆਂ ਜਾਂਦੀਆਂ ਨੇ, ਜਿਹੜੀਆਂ ਜਿਹਦੇ ਚ ਕਿਲੋਮੀਟਰ ਸਕੀਮ ਵਾਲੀ ਵੀ ਹੈ, ਜਿਹਦੇ ਚ 5 ਬੱਸ ਵੀ, ਜਿਹਦੇ ਸਾਰੀਆਂ ਚੀਜ਼ਾਂ ਉਹ ਆਉਂਦੀਆਂ ਨੇ ਉਹਦੇ ਵਿੱਚ। 13,000 ਦੇ ਲਗਭਗ ਪ੍ਰਾਈਵੇਟ ਬੱਸ ਹੈ ਪੰਜਾਬ ਦੇ ਵਿੱਚ। ਜੇ ਮੁਕਾਬਲਾ ਕਰੋ ਤਾਂ ਮੁਕਾਬਲੇ 'ਚ ਹੁਣ ਜਿਹੜੇ ਸਰਕਾਰੀ ਜਾਂ ਕਾਰਪੋਰੇਸ਼ਨ ਵਾਲੀਆਂ ਬੱਸਾਂ ਨੇ, ਰੂਟ ਪਰਮਿਟਾਂ ਤੋਂ ਲੈ ਕੇ ਤੇ ਬਾਕੀ ਚੀਜ਼ਾਂ ਦੇ ਵਿੱਚ ਉਹ ਬਹੁਤ ਥੋੜੀ ਗਿਣਤੀ 'ਚ ਬਚ ਗਈਆਂ। ਔਰ ਦੂਜੀ ਗੱਲ ਇਹ ਹੈ ਕਿ ਉਹਨਾਂ ਕੋਲ ਰੂਟ, ਪ੍ਰਾਈਵੇਟ ਉਹ ਰੂਟ ਲੈਂਦਾ ਜਿੱਥੇ ਬਹੁਤਾ ਮੁਨਾਫਾ ਹੈ, ਪੱਕੀ ਸਵਾਰੀ ਹੈ, ਵੱਡੇ ਦੂਰ ਦੀ ਹੈ। ਤੇ ਰੋਡਵੇਜ਼ ਨੂੰ ਉਹ ਵੀ ਕਈ ਵਾਰ ਚਲਾਉਣੇ ਪੈਂਦੇ ਨੇ ਜਿੱਥੇ ਪੇਂਡੂ ਖੇਤਰ, ਜਿੱਥੇ ਘੱਟ ਸਵਾਰੀ ਹੈ ਉਸ ਪੱਧਰ ਦੇ ਉੱਤੇ, ਕਿਉਂਕਿ ਉਹਦੇ ਤੇ ਸਰਕਾਰੀ ਪੱਧਰ ਤੇ ਲੋਕਾਂ ਦਾ ਦਬਾਅ ਵੀ ਹੁੰਦਾ ਕਿ ਸਾਡੇ ਪਿੰਡਾਂ ਨੂੰ ਵੀ ਕੋਈ ਬੱਸ ਲੱਗਣੀ ਚਾਹੀਦੀ ਹੈ ਜਾਂ ਸਾਡੇ ਵੀ ਕੋਈ ਜਾਵੇ। ਉਧਰ ਨਹੀਂ ਪ੍ਰਾਈਵੇਟ ਬਹੁਤ ਜਾਂਦਾ। ਇੱਕ ਇਹ ਸੈਕਸ਼ਨ, ਇੱਕ ਇਹ ਖੇਤਰ ਵੀ ਹੈ ਕਿ ਤੁਸੀਂ ਰੂਟ ਇਸ ਪੱਧਰ ਦੇ ਉੱਤੇ ਲੰਮਾ ਵਧਾ ਲੈਂਦੇ ਹੋ। ਹੁਣ ਜਦੋਂ ਇਹ ਚੀਜ਼ਾਂ ਸਾਡੇ ਹੋਈਆਂ ਨੇ ਤਾਂ ਇਹ ਘਾਟੇ 'ਚ ਕਿਉਂ ਗਈਆਂ? ਜੇਕਰ ਪ੍ਰਾਈਵੇਟ ਟਰਾਂਸਪੋਰਟਰ ਇੱਕ ਤੋਂ ਲੈ ਕੇ ਕਿਸੇ ਦੀਆਂ 20, ਕਿਸੇ ਦੀਆਂ 30, ਕਿਸੇ ਦੀਆਂ 50, ਕਿਸੇ ਦੀਆਂ 100, ਕਿਸੇ ਦੀਆਂ 500 ਹੋ ਗਈਆਂ, ਤੇ ਸਰਕਾਰੀ ਅਦਾਰਾ ਕਿਉਂ ਘਾਟੇ 'ਚ ਹੈ? ਜਿਹਨੂੰ ਉਹਦੇ ਕੋਲ ਰੂਟ ਪਹਿਲਾਂ ਤੋਂ ਬੜੇ ਵੱਡੇ ਰੂਟ ਨੇ ਸਾਰੇ, ਕੋਈ ਰੂਟਾਂ ਦੀ ਵੀ ਪ੍ਰੋਬਲਮ ਨਹੀਂ ਹੈ, ਉਹਦੇ ਕੋਲ ਅੱਡੇ ਵੀ ਆਪਦੇ ਨੇ, ਅੱਡਾ ਫੀਸਾਂ ਵੀ ਵਸੂਲਦੇ ਨੇ ਪ੍ਰਾਈਵੇਟਾਂ ਤੋਂ ਵੀ ਤੇ ਦੂਜੀਆਂ ਚੀਜ਼ਾਂ ਤੋਂ ਵੀ, ਬਹੁਤ ਚੀਜ਼ਾਂ ਨੇ। ਹਾਂ, ਇੱਕੋ ਹੀ ਗੱਲ ਹੈ ਕੇਵਲ ਕਿ ਸਰਕਾਰੀ ਸੈਕਟਰ ਦੇ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਪ੍ਰਾਈਵੇਟ ਸੈਕਟਰ ਨਾਲੋਂ ਥੋੜੀਆਂ ਬਿਹਤਰ ਹੋਣ ਕਰਕੇ ਉਹ ਹਿੱਸਾ ਥੋੜਾ ਜਿਹਾ ਬਰਡਨ ਦਾ ਹੋ ਸਕਦਾ। ਬਾਕੀ ਚੀਜ਼ਾਂ ਤਾਂ ਇਹਦੇ ਕੋਲ ਸਗੋਂ ਸੌਖੀਆਂ ਨੇ, ਦੂਜੇ ਕਿਸੇ ਵੀ ਮੁਕਾਬਲਤਨ ਤਾਂ ਉਹ ਘਾਟੇ 'ਚ। ਜੇ ਹਰਿਆਣੇ ਦੀ ਟੋਟਲ ਰੋਡਵੇਜ ਹੈ, ਉਹਦੇ ਆਸਰੇ ਕੰਮ ਚੱਲਦਾ ਤੇ ਉਹ ਪ੍ਰੋਫਿਟ 'ਚ ਹੈ। ਜੇ ਹਿਮਾਚਲ ਉਸੇ ਤਰ੍ਹਾਂ ਕੰਮ ਚਲਾਉਂਦਾ, ਉਹ ਟਰਾਂਸਪੋਰਟ ਨੇ, ਉੱਥੇ ਵੀ ਤਾਂ ਸਰਕਾਰੀ ਤੰਤਰ ਨੇ, ਉੱਥੇ ਵੀ ਉਹੀ ਬਿਊਰੋਕਰੇਟ ਨੇ, ਉੱਥੇ ਵੀ ਬਾਕੀ ਦੀਆਂ ਚੀਜ਼ਾਂ ਨੇ। ਤਾਂ ਇਹ ਸਵਾਲ ਤਾਂ ਉੱਠਦਾ ਹੀ ਹੈ ਕਿ ਕੀ ਜਾਣਬੁੱਝ ਕੇ ਤਾਂ ਨਹੀਂ ਇਹਨਾਂ ਨੂੰ ਕਿਤੇ ਘਾਟੇ 'ਚ ਲਿਜਾ ਕੇ ਪ੍ਰਾਈਵੇਟ ਪਲੇਅਰਾਂ ਦਾ ਫਾਇਦਾ ਕਰਨ ਦੀ ਇੱਕ ਪਾਲਿਸੀ ਡਿਜ਼ਾਈਨ ਕੀਤੀ ਗਈ? ਪਾਲਿਸੀ ਡਿਜ਼ਾਈਨ ਦੇ ਕਰਨ ਦੇ ਨਾਲ ਨਾਲ ਜੇ ਪਾਲਿਸੀ ਵੀ ਬਣਾ ਲਓ, ਜੇ ਉਹ ਪ੍ਰਾਈਵੇਟ ਦੇ ਖਿਲਾਫ ਜਾਂਦੀ ਹੈ, ਜਿਵੇਂ ਤਕੜੇ ਦਾ 27-20-100 ਹੁੰਦਾ ਹੈ, ਤੇ ਉਹਦੇ ਤੇ ਉਹ ਲਾਗੂ ਨਹੀਂ ਹੁੰਦੀ, ਤੇ ਉਹਨਾਂ ਦੇ ਵਿੱਚ ਉਹ ਬੜੀਆਂ ਵੱਡੀਆਂ ਮਨਮਾਨੀਆਂ ਵੀ ਕਰਦੇ ਰਹੇ ਆਪਣੇ ਆਪ ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਇੱਕ ਦੇਖਦੇ ਆ ਓਵਰਆਲ ਐਨਾਲਿਸਿਸ ਕਰਕੇ, ਤਾਂ ਸਾਡੇ ਬਹੁਤੇ ਪ੍ਰਾਈਵੇਟ ਸਰਕਾਰੀ ਅਦਾਰੇ, ਕਰਪਸ਼ਨ ਉਹਦੀ ਬਹੁਤ ਵੱਡੀ ਵਜ੍ਹਾ ਹੈ। ਦੂਜੀ ਵਜ੍ਹਾ ਪ੍ਰਾਈਵੇਟ ਸੈਕਟਰ ਹੈ। ਇਹੀ ਸ਼ੂਗਰ ਮਿੱਲਾਂ ਦੇ ਨਾਲ ਜੇ ਅਸੀਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ 15 ਸ਼ੂਗਰ ਮਿੱਲਾਂ ਜਿਹੜੀਆਂ ਸੀ ਕੋਆਪਰੇਟਿਵ ਖੇਤਰ ਦੀਆਂ ਸੀ, ਤੇ 7 ਜਿਹੜੀਆਂ ਸ਼ੂਗਰ ਮਿੱਲਾਂ ਨੇ ਪ੍ਰਾਈਵੇਟ ਸਾਰੀਆਂ ਪ੍ਰੋਫਿਟ ਦੇ ਵਿੱਚ ਨੇ ਤੇ ਵੱਡੇ ਮੁਨਾਫੇ ਕਮਾਉਂਦੀਆਂ ਨੇ, ਤੇ ਕੋਆਪਰੇਟਰ ਸ਼ੂਗਰ ਮਿੱਲਾਂ ਦਾ ਪੈਸਾ ਬਾਈਟ ਚੋਂ ਦੇਣਾ ਪੈਂਦਾ ਕਈ ਵਾਰ। ਤੇ ਜੇ ਲਗਾਤਾਰ ਤੁਸੀਂ ਉਹਨੂੰ ਮਾਡਰਨਾਈਜ਼ ਨਹੀਂ ਕਰਦੇ, ਆਧੁਨਿਕੀਕਰਨ ਨਹੀਂ ਕਰਦੇ, ਤੇ ਉਹਦੀ ਜਵਾਬਦੇਹੀ ਫਿਕਸ ਨਹੀਂ ਕਰਦੇ, ਤੇ ਉਹਦੇ ਉਤਪਾਦਕਤਾ ਦਾ ਜਿਹੜਾ ਸੈਟਅਪ ਹੈ ਉਹ ਧਿਆਨ ਨਹੀਂ ਰੱਖਦੇ, ਤਾਂ ਇਹਦਾ ਮਤਲਬ ਕਰਪਸ਼ਨ 'ਚ ਵੀ ਸਿਆਸਤਦਾਨ ਤੇ ਬਿਊਰੋਕਰੇਟ ਨੇ ਮਿਲ ਕੇ ਫੈਸਲੇ ਕੀਤੇ ਨੇ, ਹੋਰ ਤਾਂ ਕੋਈ ਫੈਸਲੇ ਨਹੀਂ ਸੀ ਕਰਦਾ। ਤੇ ਹਰ ਖੇਤਰ ਕਿਉਂ ਘਾਟੇ 'ਚ ਤੁਸੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ? ਤਾਂ ਇਹਦਾ ਜਵਾਬ ਉੱਥੇ ਹੀ ਜਾਂਦਾ ਕਿ ਜਿਹੜੇ ਬੰਦੇ ਅਸੀਂ ਨੁਮਾਇੰਦੇ ਚੁਣੇ, ਜਿਹੜੇ ਬੰਦਿਆਂ ਨੂੰ ਵੱਡੀਆਂ ਪੋਸਟਾਂ ਤੇ ਬਿਠਾਇਆ, ਉਹ ਜਾਂ ਤਾਂ
ਕੰਪੀਟੈਂਟ ਨਹੀਂ ਰਹੇ, ਯੋਗ ਨਹੀਂ ਹੈ ਉਹਨਾਂ ਢਾਂਚਿਆਂ ਨੂੰ ਚਲਾਉਣ ਦੇ, ਤਾਂ ਵੀ ਉਹ ਅਨਫਿਟ ਨੇ, ਤੇ ਜਾਂ ਫਿਰ ਜੋ ਮਿਲੀ ਭੁਗਤ ਨਾਲ ਇੱਕ ਮਾਫੀਆ, ਇੱਕ ਗੱਠਜੋੜ ਵਿਕਸਿਤ ਹੋ ਜਾਂਦਾ ਹੈ ਤੇ ਉਹਨੂੰ ਮਿਲ ਕੇ ਫਾਇਦਾ ਲੈ ਰਹੇ ਨੇ ਆਮ ਲੋਕਾਂ ਦੇ ਨਾਮ ਤੇ। ਇਹ ਦੋ ਵੱਡੇ ਰੀਜਨ ਨੇ, ਵੱਡੇ ਕਾਰਨ ਨੇ ਟਰਾਂਸਪੋਰਟ ਦੇ ਵੀ, ਜਿਹੜੇ ਪਬਲਿਕ ਟਰਾਂਸਪੋਰਟ ਦੇ ਵੀ ਘਾਟੇ ਜਾਣ ਦੇ, ਤੇ ਭੀੜ ਵਧਣ ਦੇ ਵੀ, ਤੇ ਲੋਕਾਂ ਦੀ ਲੁੱਟ ਦੇ ਵੀ। ਮਤਲਬ ਲੋਕਾਂ ਨਾਲ ਵੀ ਜੋ ਧੱਕਾ ਜੋ ਜਿਸ ਲੈਵਲ ਦਾ ਹੁੰਦਾ ਉਹਦੇ ਨਾਲ ਉਹਦਾ ਵੀ ਫਿਰ ਸਾਧਨ ਬਣ ਜਾਂਦਾ। ਜਦੋਂ ਮੋਨੋਪੋਲੀ ਪ੍ਰਾਈਵੇਟ ਹੋ ਜਾਂਦੀ ਹੈ ਤਾਂ ਉਸ ਪੱਧਰ ਦੀਆਂ ਚੀਜ਼ਾਂ ਵੀ, ਫਿਰ ਜਿਹੜਾ ਵਿਵਹਾਰ ਦਾ ਸਵਾਲ ਵੀ ਹੈ ਬਹੁਤ ਜਗ੍ਹਾ, ਬਾਕੀ ਦੀਆਂ ਚੀਜ਼ਾਂ ਵੀ ਨੇ ਉਹ ਹੋਣੀਆਂ ਸ਼ੁਰੂ ਹੋ ਜਾਂਦੀਆਂ। ਬਿਲਕੁਲ ਬਿਲਕੁਲ। ਹਮੀਰ ਸਿੰਘ ਜੀ, ਤੁਸੀਂ ਜ਼ਿਕਰ ਕਰ ਰਹੇ ਸੀ, ਮੈਂ ਵਿੱਚ ਸਵਾਲ ਕਰਨ ਲੱਗਿਆ ਸੀ ਕਿ ਤੁਸੀਂ ਜਦੋਂ 1990ਵੇਂ ਸਨ ਦੀ ਜ਼ਿਕਰ ਕਰ ਰਹੇ ਸੀ ਕਿ ਉਦੋਂ ਕੇਂਦਰ ਦੀ ਪਾਲਿਸੀ ਆਈ, ਮੈਂ ਚਾਹੁੰਦਾ ਕਿ ਦਰਸ਼ਕਾਂ ਨੂੰ ਇਹ ਵੀ ਥੋੜਾ ਜਿਹਾ ਦੱਸੋ ਕਿ ਉਦੋਂ ਕੇਂਦਰ 'ਚ ਕਿਹੜੀ ਸਰਕਾਰ ਸੀ ਤੇ ਇੱਧਰ ਪੰਜਾਬ 'ਚ ਕਿਹੜੀ ਸੀ, ਕਿਉਂਕਿ ਅੱਜ ਇਹ ਸਾਰੇ ਜਿਹੜੇ ਨੇ ਸਿਆਸਤਦਾਨ ਉਹ ਆਪ ਕਾਰਪੋਰੇਟ ਬਣੇ ਹੋਏ ਨੇ। ਇਹ ਅਡਾਨੀ ਅੰਬਾਨੀ ਦੀ ਗੱਲ ਜੇ ਕਿਸਾਨ ਕਰਦੇ ਨੇ ਤਾਂ ਉਹਨਾਂ ਨੂੰ ਇੱਧਰਲੇ ਕਾਰਪੋਰੇਟਾਂ ਵੱਲ ਵੀ ਦੇਖਣਾ ਚਾਹੀਦਾ, ਕਿਉਂਕਿ ਉਹੀ ਨੇ ਜਿਨ੍ਹਾਂ ਦੇ ਰਿਲਾਇੰਸ ਵਾਲੇ ਪੰਪ ਵੀ ਚੱਲਦੇ ਨੇ ਪੰਜਾਬ ਦੇ ਵਿੱਚ। ਇਹ ਉਹੀ ਨੇ ਜਿਹੜੇ ਬੱਸ ਦਾ ਮਾਫੀਆ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਮਾਫੀਆ ਟਰਾਂਸਪੋਰਟ ਚੱਲਦਾ, ਸਿੱਧੇ ਤੌਰ ਦੇ ਉੱਤੇ ਸਾਫ਼ ਦਿਖਦਾ ਕਿ ਸਿਆਸੀ ਮਾਫੀਆ ਚੱਲਦਾ। ਉਹ 90-91 ਦੀ ਗੱਲ ਹੈ। 91 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਬਣਦੀ ਹੈ, ਜਦੋਂ ਜਿਹੜੀ ਡਾਕਟਰ ਮਨਮੋਹਨ ਸਿੰਘ ਫਾਈਨਾਂਸ ਮਿਨਿਸਟਰ ਦੇ ਤੌਰ ਤੇ ਲਿਆਂਦੇ ਜਾਂਦੇ ਨੇ ਤੇ ਨਰਸਿਮਹਾ ਰਾਓ ਦੀ ਸਰਕਾਰ ਬਣਦੀ ਹੈ ਕੇਂਦਰ ਦੇ ਵਿੱਚ। ਪੰਜਾਬ ਦੇ ਵਿੱਚ ਉਦੋਂ 92 ਦੇ ਵਿੱਚ, ਉਸ 91 ਦੀਆਂ ਇਲੈਕਸ਼ਨਾਂ ਤਾਂ ਪੰਜਾਬ 'ਚ ਪੋਸਟਪੋਨ ਕਰਤੀਆਂ ਕਿ ਬੰਦੇ ਬਹੁਤ ਮਰ ਗਏ, 23-24 ਬੰਦੇ ਮਰ ਗਏ ਬਾਕੀ। ਫਿਰ 92 'ਚ ਬਣਾ ਕੇ ਜਦੋਂ ਅਕਾਲੀ ਦਲ ਦਾ ਬਾਈਕਾਟ ਸੀ ਤੇ ਉਦੋਂ ਕਾਂਗਰਸ 'ਚ ਬੇਅੰਤ ਸਿੰਘ ਦੀ ਸਰਕਾਰ ਆਉਂਦੀ, ਤੇ ਉਦੋਂ ਬਾਅਦ 97 'ਚ ਫਿਰ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ। ਇਹ ਪਾਲਿਸੀ ਉਦੋਂ ਬਾਅਦ ਕੰਟੀਨਿਊ ਹੈ, ਕਿਸੇ ਵੀ ਪਾਰਟੀ ਦੀ ਸਰਕਾਰ ਹੈ, ਡਾਇਰੈਕਸ਼ਨ ਉੱਥੋਂ ਤੈਅ ਹੋ ਜਾਂਦੀ ਹੈ ਜ਼ਿਆਦਾ, ਪਰ ਉਦੋਂ ਬਾਅਦ ਉਹ ਫਿਰ ਤੇਜ਼ੀ ਨਾਲ ਦੌੜਦੀ ਹੈ। ਮਤਲਬ ਕਿਸੇ ਸਰਕਾਰ ਨੇ ਆ ਕੇ ਜੇ ਇਹ ਕਹੀਏ ਕਿ ਪਹਿਲਾਂ ਖੁੱਲੀ ਮੰਡੀ ਦਾ ਸਿਧਾਂਤ ਮਨਮੋਹਨ ਸਿੰਘ ਵੇਲੇ ਆਇਆ ਤੇ ਉਦੋਂ ਬਾਅਦ ਅਕਾਲੀ ਦਲ 97 'ਚ ਆਇਆ, ਉਹਨੇ ਉਹਨੂੰ ਰੋਕਤਾ ਜਾਂ ਉਹਨੂੰ ਕੋਸ਼ਿਸ਼ ਕੀਤੀ ਕਿ ਉਧਰ ਨੂੰ ਨਾ ਵਧਿਆ ਜਾਏ। ਸਗੋਂ ਸਾਰੇ ਬੰਦੇ ਜਿਹੜੇ ਅਮੀਰ ਬੰਦੇ ਸੀ ਉਹਨਾਂ ਚੋਂ, ਕਿਉਂਕਿ ਉਹਨਾਂ ਕੋਲ ਕੁਝ ਹੱਦ ਤੱਕ ਪੂੰਜੀ ਸੀ, ਉਹ ਪੂੰਜੀ ਆਪਣੀ ਤੇ ਕੁਝ ਲੋਕਾਂ ਚੋਂ ਵੀ ਸਰਕਾਰੀ ਸੱਤਾ ਦੇ ਕਾਰਨ ਲੁੱਟੀ, ਉਹਨੂੰ ਆਪਣੇ ਬਿਜ਼ਨਸ ਦੇ ਵਿੱਚ ਲਾਉਣਾ ਸ਼ੁਰੂ ਕਰਤਾ ਵੱਡੇ ਪੱਧਰ ਤੇ। ਹੁਣ ਇਹ ਨਾਰਮਲ ਗਿਣਿਆ ਜਾਂਦਾ ਇੱਕ ਕਿ ਜੇਕਰ ਇੱਕ ਸਿਆਸੀ ਆਗੂ ਉਹ ਸੱਤਾ ਦੇ ਵਿੱਚ ਹੈ, ਉਹ ਕੈਬਨਿਟ ਦੇ ਵਿੱਚ ਹੈ, ਉਹ ਐਮਐਲਏ ਬਣੇ ਆ, ਉਹ ਬਾਕੀ ਹੈ, ਉਹ ਆਪਣਾ ਬਿਜ਼ਨਸ ਵੀ ਉਹਨਾਂ ਚੀਜ਼ਾਂ ਦਾ ਕਰਦਾ ਨਾਲ, ਤਾਂ ਜਿਹੜਾ ਇੰਟਰਸਟ ਕਲੈਸ਼ ਉਹਨੇ ਸੁਭਾਵਿਕ ਨੇ, ਮੈਚ ਕਰ ਜਾਂਦੇ ਨੇ, ਉਹਦਾ ਦਿਲਚਸਪੀ ਹੁੰਦੀ ਹੈ ਉਹਦੇ ਚ ਕਿ ਇਹਨੂੰ ਐ ਬਣਾਇਆ ਜਾਏ, ਇਹਨੂੰ ਇਹ ਬਣਾਇਆ ਜਾਏ, ਇਹ ਬਣਾਇਆ ਜਾਏ। ਤਾਂ ਨਾਰਮਲੀ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਬੰਦਿਆਂ ਨੂੰ ਇਸ ਖੇਤਰ ਦੇ ਵਿੱਚ ਨਾ ਲਿਆ ਜਾਏ ਜਿਹੜੇ ਬੰਦੇ ਜਾਂ ਉਹ ਡਿਟੈਚ ਕਰ ਲਏ ਆਪਣੇ ਆਪ ਨੂੰ ਕਿ ਜਿੰਨਾ ਸਮਾਂ ਮੈਂ ਮੰਤਰੀ ਹਾਂ ਉਨਾ ਸਮਾਂ ਮੇਰਾ ਬਿਜ਼ਨਸ ਨਾਲ ਕੋਈ ਸੰਬੰਧ ਨਹੀਂ ਹੈ। ਹੁਣ ਤੱਕ ਤਾਂ ਇਹ ਕਰਦੇ ਰਹੇ ਸੀ ਕਾਫੀ ਲੰਮੇ ਸਮੇਂ ਤੱਕ ਕਿ ਜੇ ਕਾਰਪੋਰੇਟ ਕੰਪਨੀ ਦੇ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਹੈ ਕੋਈ ਜਾਂ ਬਾਕੀ ਦੀਆਂ ਗੱਲਾਂ ਨੇ ਤਾਂ ਉੱਥੋਂ ਅਸਤੀਫਾ ਦੇਣਾ ਪੈਂਦਾ, ਅਸਤੀਫਾ ਦੇ ਕੇ ਤੁਸੀਂ ਇੱਧਰ ਆਉਂਦੇ ਹੋ। ਇਸੇ ਤਰ੍ਹਾਂ ਪਹਿਲਾਂ ਵਕੀਲਾਂ ਨਾਲ ਵੀ ਰਿਹਾ, ਜੇ ਕੋਈ ਐਡਵੋਕੇਟ ਜਨਰਲ ਬਣ ਗਿਆ ਜਾਂ ਕੋਈ ਉੱਥੋਂ ਅਟਾਰਨੀ ਜਨਰਲ ਬਣ ਗਿਆ ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਤੁਸੀਂ ਪ੍ਰਾਈਵੇਟ ਕੇਸ ਨਹੀਂ ਲੈ ਸਕਦੇ, ਹੌਲੀ ਹੌਲੀ ਕਰਤਾ ਕੋਈ ਨਹੀਂ ਲੈ ਸਕਦੇ ਹੋ ਤੁਸੀਂ ਉਸ ਪੱਧਰ ਤੇ। ਉਹ ਸਾਰੀਆਂ ਚੀਜ਼ਾਂ ਉਧਰ ਨੂੰ ਲੈ ਕੇ ਦੱਬ ਕੇ ਫਿਰ ਉਹ ਕਹਿੰਦੇ ਅਸੀਂ ਕਿਹੜਾ ਗੈਰ ਕਾਨੂੰਨੀ ਕਰ ਰਹੇ ਹਾਂ। ਕਾਨੂੰਨ ਹੀ ਜਦੋਂ ਤੁਸੀਂ ਉਹ ਬਣਾਤਾ ਆਪਣੇ ਫੇਵਰ ਚ ਬਣਾ ਲਿਆ, ਗੈਰ ਕਾਨੂੰਨੀ ਕਰਨ ਦੀ ਤੁਹਾਨੂੰ ਤਾਂ ਲੋੜ ਨਹੀਂ ਹੈ। ਇਸੇ ਕਰਕੇ ਇਹ ਚੀਜ਼ਾਂ ਨੇ ਹੌਲੀ ਹੌਲੀ ਕਾਨੂੰਨ ਦਾ ਰੁਖ ਹੀ ਬਦਲਣਾ ਸ਼ੁਰੂ ਹੋਇਆ, ਤੇ ਉਹ ਬਦਲਣਾ ਸ਼ੁਰੂ ਹੋਇਆ ਤੇ ਪ੍ਰਾਈਵੇਟ ਟਰਾਂਸਪੋਰਟ ਕਿਵੇਂ ਫਿਰ ਵੱਡੀ ਬਣੇਗੀ, ਸਥਾਪਿਤ ਕਿਵੇਂ ਹੋਏਗੀ? ਸਥਾਪਿਤ ਉਦੋਂ ਹੋਏਗੀ ਜਦੋਂ ਤੁਸੀਂ ਮਲਾਈਦਾਰ ਰੂਟ ਪ੍ਰਾਈਵੇਟ ਨੂੰ ਦੇਣਾ ਸ਼ੁਰੂ ਕਰੋਗੇ, ਪਾਲਿਸੀ ਇਹੋ ਜਿਹੀ ਬਣਾ ਦੋਗੇ। ਸਥਾਪਿਤ ਉਦੋਂ ਹੋਏਗੀ ਜਦੋਂ ਉਹਦੇ ਤੁਸੀਂ ਟੈਕਸ 'ਚ ਕਟੌਤੀ ਕਰੋਗੇ। ਸਥਾਪਿਤ ਉਦੋਂ ਹੋਏਗੀ ਜਦੋਂ ਤੁਸੀਂ ਉਹਨਾਂ ਨੂੰ ਕਹੋਗੇ ਤੇ ਆਪਣੀ ਸਰਦਾਰੀ ਹੈ ਕਿ ਰੂਟ ਤੁਹਾਨੂੰ ਮਿਲਿਆ ਹੋਇਆ ਬਠਿੰਡੇ ਤੋਂ ਸੰਗਰੂਰ ਤੱਕ, ਤੁਸੀਂ ਚੰਡੀਗੜ੍ਹ ਆ ਕੇ ਮੁੜਦੇ ਹੋ ਰੋਜ਼ ਤੇ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ, ਤੇ ਮਤਲਬ ਰੂਟ ਆਪਦੇ ਆਪ ਹੀ ਵਧਾ ਲੈਂਦੇ ਹੋ। ਤੇ ਗੱਲ ਉਦੋਂ ਹੋਏਗੀ ਜਦੋਂ ਤੁਹਾਡੀ ਸੱਤਾ ਹੁੰਦੇ ਹੋਏ ਤੁਹਾਡੇ ਕੋਲ ਬੱਸ 100 ਹੁੰਦੀ ਹੈ ਤੇ ਤੁਸੀਂ 150 ਚਲਾਉਂਦੇ ਹੋ, ਤੇ 150 ਚੱਲਦੀ ਹੈ ਆਪਣੇ ਆਪ ਤੇ ਉਹ ਚੱਲਦੀ ਉਸੇ ਰੂਪ ਦੇ ਵਿੱਚ ਰਹਿੰਦੀ ਹੈ। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਇੱਕ ਮਾਹੌਲ ਉਹ ਹੈ ਜਿਹੜਾ ਹੁਣੀ ਮਾਹੌਲ ਜਿਹੜਾ ਰਾਜੇ ਵੜਿੰਗ ਦਾ ਵੀ ਇੱਕ ਆਇਆ ਨਾ ਕਿ ਉੱਥੇ ਕਿਉਂ ਨਹੀਂ ਜਾਣ ਦਿੰਦੇ, ਤਾਂ ਪੰਜਾਬ ਦੇ ਵਿੱਚ ਵੀ ਇਹ ਮਾਹੌਲ ਸੀਗਾ ਕਿ ਪ੍ਰਾਈਵੇਟ ਬੱਸਾਂ ਨੂੰ ਪਹਿਲਾਂ ਚੰਡੀਗੜ੍ਹ ਦੇ ਵਿੱਚ ਐਂਟਰੀ ਨਹੀਂ ਸੀ ਅੰਬਾਲਾ ਬੱਸ ਸਿੰਡੀਕੇਟ ਤੋਂ ਇਲਾਵਾ। ਫਿਰ ਇਹ ਟਰਾਈ ਸਿਟੀ 'ਚ ਬੈਠ ਕੇ ਅਕਾਲੀ ਦਲ ਦੇ ਸਮੇਂ ਪੰਜਾਬ ਸਰਕਾਰ ਨੇ ਇੱਕ ਸਮਝੌਤਾ ਕੀਤਾ ਕਿ ਜਿਹੜੀਆਂ ਏਸੀ ਬੱਸਾਂ ਨੇ ਪ੍ਰਾਈਵੇਟ ਉਹਨਾਂ ਨੂੰ ਆਉਣ ਦੀ ਇਜਾਜ਼ਤ ਮਿਲ ਜਾਏਗੀ ਚੰਡੀਗੜ੍ਹ ਦੇ ਵਿੱਚ, ਉਹਨਾਂ ਨੂੰ ਦਵਾਈ ਗਈ, ਮਤਲਬ ਪ੍ਰਾਈਵੇਟ ਨੂੰ ਸਪੈਸ਼ਲ ਮਾਨਤਾ ਦਵਾਈ ਗਈ।
ਇਹ ਤਰੀਕਾ ਵੀ ਇਹੀ ਹੈ ਕਿ ਜਿਹੜਾ ਉੱਥੇ ਸਵਾਲ ਹੈ ਤੁਹਾਡੇ 에ਅਰਪੋਰਟ ਤੇ, ਉਹਨਾਂ ਨੇ ਦਿੱਲੀ ਵਾਲਿਆਂ ਨੇ ਪਾਲਿਸੀ ਬਣਾਈ ਹੋਈ ਹੈ। ਉਹ ਕਹਿੰਦੇ ਨੇ ਕਿ ਅਸੀਂ ਇਜਾਜ਼ਤ ਦਿੰਦੇ ਆ ਕੇਵਲ ਜਿਹੜੀ ਇੱਕ ਜਗ੍ਹਾ ਤੋਂ ਬੱਸ ਚੱਲਦੀ ਹੈ ਤੇ ਸਿੱਧੀ 에ਅਰਪੋਰਟ ਆ ਕੇ ਰੁਕਦੀ ਹੈ। ਮੰਨ ਲਓ ਕੋਈ ਜਲੰਧਰੋਂ ਚੱਲੀ 에ਅਰਪੋਰਟ ਤੇ ਰੁਕੀ, ਲੁਧਿਆਣੇ ਚੱਲੀ 에ਅਰਪੋਰਟ ਤੇ ਰੁਕੀ, ਅਸੀਂ ਦੂਜੀ ਕਿਸੇ ਬੱਸ ਨੂੰ ਇਜਾਜ਼ਤ ਨਹੀਂ ਦਿੰਦੇ, ਚਾਹੇ ਉਹ ਪ੍ਰਾਈਵੇਟ ਹੋਵੇ ਚਾਹੇ ਉਹ ਸਰਕਾਰੀ ਹੋਵੇ। ਤਾਂ ਕੀ ਗਵਰਨਮੈਂਟ ਪਾਲਿਸੀ ਦੇ ਵਿੱਚ ਇਹੋ ਜਿਹੀਆਂ ਬੱਸਾਂ ਨਹੀਂ ਪਾ ਸਕਦੀ? ਜੇ ਪ੍ਰਾਈਵੇਟ ਨੂੰ ਕਾਊਂਟਰ ਕਰਨਾ, ਪੈਸੇ ਕਮਾਉਣੇ ਨੇ, ਤਾਂ ਜਲੰਧਰ, ਅੰਮ੍ਰਿਤਸਰ ਜਾਂ ਜਿੱਥੋਂ NRI ਬਹੁਤੇ ਜਾਂਦੇ ਆਉਂਦੇ ਨੇ, ਉੱਥੋਂ ਬੱਸਾਂ ਸਿੱਧੀਆਂ ਉੱਥੇ ਤੱਕ ਦੀਆਂ ਉਹਨਾਂ ਨੂੰ ਇਜਾਜ਼ਤ ਲੈ ਲੈਣ, ਬਿਲਕੁਲ ਸਿੱਧੇ ਪਾ ਦੇਣ। ਉਹ ਤਾਂ ਹੀ ਪ੍ਰੋਫਿਟ ਨੇ, ਇੰਨੀਆਂ ਬੱਸਾਂ ਜਾਂਦੀਆਂ ਹੋਣਗੀਆਂ ਤੇ ਆਉਂਦੀਆਂ ਹੋਣਗੀਆਂ, ਇੰਨੀਆਂ ਸਵਾਰੀਆਂ ਹੈਗੀਆਂ ਨੇ। ਮਤਲਬ ਤੁਹਾਨੂੰ ਆਪਣੀ ਪਾਲਿਸੀ ਦੇ ਵਿੱਚ ਵੀ ਉਹਦੇ ਅਕੋਰਡਿੰਗਲੀ ਜੇ ਸਰਕਾਰੀ ਬੱਸਾਂ ਨੂੰ ਪ੍ਰੋਫਿਟ ਦਿਵਾਉਣਾ ਤਾਂ ਉਨੀ ਕੁ ਚੇਂਜ ਕਰਨ ਦੀ ਲੋੜ ਪਏਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਅਸੀਂ ਬਹੁਤਾ ਕੀ ਕਰਦੇ ਆ, ਅਸੀਂ ਬਹੁਤਾ ਕਰਦੇ ਆ ਕਿ ਇੱਕ ਦੂਜੇ ਦੀ ਸਿਆਸਤ ਨੂੰ ਕੱਟ ਕੇ ਕੋਸ਼ਿਸ਼ ਕਰਦੇ ਆ ਕਿ ਦੇਖੋ ਜੀ ਆਹ ਸਾਡੇ ਨਾਲ ਧੱਕਾ, ਸਾਡੇ ਨਾਲ ਧੱਕਾ। ਅਸੀਂ ਜਿਹੜੇ ਸਾਡੀਆਂ ਗਲਤੀਆਂ ਨੇ ਉਹਦੇ ਤੇ ਉਂਗਲ ਘੱਟ ਰੱਖਦੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੁਣ ਵੀ ਜਿਹੜਾ ਸਾਡੇ ਸਾਹਮਣੇ ਆਇਆ ਹੈ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਨੇ ਪਾਈ ਹੋਈ ਸੀ ਰਿਟ, ਇੱਕੋ ਵਾਪਸ ਲੈ ਲਈ ਸੀ ਪਿੱਛੇ। 2015 ਤੋਂ ਰਿਟ ਚੱਲਦੀ ਸੀ, ਹੁਣੇ ਪਿਛਲੇ 2 ਮਹੀਨੇ ਪਹਿਲਾਂ ਵਾਪਸ ਲਈ ਹੈ। ਉਹ ਕਹਿੰਦੇ ਜੀ ਸਾਡੇ ਤੇ ਧੱਕਾ ਹੋ ਰਿਹਾ ਇਸ ਲੈਵਲ ਦਾ। ਉਹ ਸੀ 5000 ਤੋਂ ਵੱਧ ਬੱਸ ਇਹੋ ਜੀ ਮੰਨੀ ਗਈ ਸੀ ਜਿਹੜੀ ਬਿਨਾਂ ਪਰਮਿਟ ਚੱਲਦੀ ਹੈ, ਮਤਲਬ ਕਿਤੇ ਵੀ, ਜਿਹਨੂੰ ਹੁਣ ਰਾਜਾ ਬਣਿੰਗ ਕਹਿ ਰਹੇ ਨੇ ਕਿ ਉਹ ਕੋਈ ਉਹਨੂੰ ਕਹਿ ਰਿਹਾ ਕਿ ਨਹੀਂ ਚੱਲਣਗੀਆਂ ਜਾਏ। ਜਦੋਂ ਕੋਰਟ ਤੋਂ ਵਾਪਸ ਆ ਗਿਆ ਤਾਂ ਤੁਸੀਂ ਉੱਥੇ ਤਾਂ ਕੋਰਟ ਦਾ ਕਹਿ ਦਿੰਦੇ ਹੋ ਬਹੁਤ ਚੀਜ਼ਾਂ, ਬਾਕੀ ਸਿਆਸਤ ਕੋਰਟ ਦੀ ਕੋਈ ਗੱਲ ਦੇਖਦੀ ਹੈ? ਜੇ ਕੋਰਟ ਨੇ ਸਟੇ ਨਹੀਂ ਲਾਈ ਹੋਈ, ਕੋਰਟ ਇਹ ਕਹਿੰਦੀ ਹੈ ਤੁਹਾਨੂੰ ਤੇ ਗੈਰ ਕਾਨੂੰਨੀ ਚੱਲਣ ਦਿਓ। ਜੇ ਸਰਕਾਰ ਕੋਰਟ 'ਚ ਮਾਮਲਾ ਹੋਣ ਦੇ ਬਾਵਜੂਦ ਜੇ ਉਹਨੇ ਸਟੇ ਨਹੀਂ ਦਿੱਤੀ, ਜੇ ਉਹਨੇ ਇਹ ਨਹੀਂ ਕਿਹਾ ਕਿ ਕੰਟੀਨਿਊ ਜਾਰੀ ਰਹਿਣਗੀਆਂ, ਤਾਂ ਉਹਨਾਂ ਚਿਰ ਤੁਹਾਨੂੰ ਕੌਣ ਚਲਾਨ ਕੱਟਣ ਤੋਂ ਰੋਕਦਾ? ਉਹਨਾਂ ਚਿਰ ਕੌਣ ਬੱਸਾਂ ਨੂੰ ਰੋਕਣ ਦੀ ਗੱਲ ਕਰਦਾ ਹੈ? ਪਰ ਨਹੀਂ ਉਸ ਪਾਸੇ ਵੱਲ, ਕਿਉਂਕਿ ਸਭ ਦਾ ਇੱਕ ਮਿਲੀ ਭੁਗਤ ਹੈ ਔਰ ਵੱਡੇ ਲੀਡਰ ਇਹਦੇ ਵਿੱਚ ਸ਼ਾਮਲ ਨੇ ਸਾਰੇ, ਹਰ ਪਾਰਟੀ ਦਾ। ਕੋਈ ਐ ਨਹੀਂ ਕਿ ਇੱਕ ਪਾਰਟੀ ਦੂਜੀ ਪਾਰਟੀ, ਤੇ ਉਹ ਪਾਰਟੀਆਂ ਦੇ ਬੰਦੇ ਉਹਦੇ 'ਚ ਸ਼ਾਮਲ ਨੇ। ਤੇ ਉਸ ਕਰਕੇ ਹੀ ਇਹ ਚੀਜ਼ਾਂ ਚੱਲ ਰਹੀਆਂ ਨੇ, ਸਾਡੇ ਸਾਹਮਣੇ ਚੱਲ ਰਹੀਆਂ ਨੇ। ਔਰ ਇਹ ਤਾਂ ਔਨ ਰਿਕਾਰਡ ਕੋਰਟ ਕੋਲ ਹੈ ਕਿ 509 ਬੱਸਾਂ ਦਾ ਤਾਂ ਜਿਹੜਾ ਆਇਆ ਕਿ ਇੰਨੀਆਂ ਤਾਂ ਇਸ ਪੱਧਰ ਤੇ ਚੱਲਦੇ ਨੇ। ਖਬਰਾਂ ਹੋਰ ਵੀ ਹੋਣ, ਜਦੋਂ ਕੋਈ ਮਤਲਬ ਲੋਕ, ਕੋਈ ਸਰਵੇ ਤਾਂ ਹੋਇਆ ਨਹੀਂ, ਕੋਈ ਇਹੋ ਜਿਹਾ ਅਧਿਐਨ ਤਾਂ ਹੋਇਆ ਨਹੀਂ, ਤੇ ਟੈਕਸ ਦਾ ਵੀ ਸਰਕਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ, ਤੇ ਟੈਕਸ ਤੋਂ ਇਲਾਵਾ ਤਾਂ ਸਵਾਰੀਆਂ ਦੂਜੀਆਂ ਚੱਕਦੀਆਂ ਨੇ ਤਾਂ ਸਰਕਾਰੀ ਬੱਸਾਂ ਨੂੰ ਮਿਲਦੀਆਂ ਨਹੀਂ, ਤੇ ਇਹਦਾ ਮਤਲਬ ਉਸ ਰੂਪ ਦੇ ਵਿੱਚ ਵੀ ਨੁਕਸਾਨ ਹੋ ਰਿਹਾ, ਕਿਰਾਏ ਦੇ ਰੂਪ ਦੇ ਵਿੱਚ ਵੀ। ਇਸ ਕਰਕੇ ਪਾਲਿਸੀ ਲੈਵਲ ਦਾ ਕੁਐਸਚਨ ਹੈ ਕਿ ਕੀ ਤੁਸੀਂ ਇਹ ਪਬਲਿਕ ਵੈਲਫੇਅਰ ਸਟੇਟ ਹੈਗੀ ਹੈ? ਜੇ ਇਹ ਲੋਕ ਕਲਿਆਣਕਾਰੀ ਰਾਜ ਹੈ ਤਾਂ ਉਹਨੂੰ ਪਾਲਿਸੀ ਦੀ ਪੁੱਠ ਉਸ ਲੈਵਲ ਦੀ ਦੇਣੀ ਪਏਗੀ। ਔਰ ਤੁਸੀਂ ਦੇਖੋ ਕਿ ਜਿਹੜੀਆਂ ਬੱਸਾਂ ਇਹ ਨੇ ਸਰਕਾਰੀ ਬੱਸਾਂ, ਤੇ ਜੇ ਉਹਨਾਂ ਦੀ ਹਾਲਤ ਤੁਸੀਂ ਮਾੜੀ ਰੱਖੋਗੇ, ਕੰਡੀਸ਼ਨ ਮਾੜੀ ਰੱਖੋਗੇ, ਤਾਂ ਤੁਸੀਂ ਕਹਿ ਦੋਗੇ ਗਰੀਬ ਆਦਮੀ ਇਹਦੇ 'ਚ ਧੱਕੇ ਖਾਓ, ਕੋਈ ਗੱਲ ਨਹੀਂ, ਤੇ ਬਾਕੀ ਜਿਹਨੇ ਪੈਸੇ ਵਾਲੇ ਨੇ ਸਫ਼ਰ ਕਰਨਾ ਤੇ ਉਹ ਦੂਜੀ ਬੱਸ ਏਸੀ ਜਾਂ ਬੱਸ 'ਚ ਕਰ ਲਓ। ਜਦੋਂ ਦਾ ਏਸੀ ਬੱਸਾਂ ਦਾ ਕਨਸੈਪਟ ਤੁਸੀਂ ਚਲਾਉਣ ਲੱਗ ਗਏ ਹੋ ਤਾਂ ਸਧਾਰਨ ਬੱਸਾਂ ਦੀ ਮੁਰੰਮਤ ਕਰਾਉਣੀ ਵੀ ਬੰਦ ਕਰ ਗਏ ਹੋ। ਉਹ ਜਿੱਥੇ ਮਰਜ਼ੀ ਖੜੀ ਰਹੇ ਕਿਉਂਕਿ ਉਹ ਆਮ ਬੰਦੇ ਦੀ ਬੱਸ ਹੈ। ਤੇ ਇਹੀ ਹਾਲ ਟ੍ਰੇਨਾਂ 'ਚ ਤੁਸੀਂ ਕਰਤਾ। ਇੱਕ ਗਰੀਬ ਆਦਮੀ ਦੀ ਟ੍ਰੇਨ ਹੈ, ਉੱਥੇ ਐਡਾ ਰਸ਼ ਹੁੰਦਾ ਹੈ ਤੇ ਪੈਰ ਰੱਖਣ ਨੂੰ ਥਾਂ ਨਹੀਂ ਹੁੰਦਾ। ਦੂਜੇ ਪਾਸੇ ਅਮੀਰ ਦੀ ਬੁਕਿੰਗ ਵਾਲੀ ਟ੍ਰੇਨ ਹੈ ਵੱਡੀ, ਤੇ ਤੁਸੀਂ ਆਰਾਮ ਨਾਲ ਸੌਖੇ ਜਾਓ ਤੇ ਉਹੀ ਚੀਜ਼ਾਂ ਕਰੋ। ਤੇ ਤੁਸੀਂ ਦੇਖਣਾ ਕਿਹਦੇ ਵੱਲ ਹੈ ਅਸਲ ਦੇ ਵਿੱਚ? ਮਹਾਤਮਾ ਗਾਂਧੀ ਦਾ ਇੱਕ ਕੋਟ ਸੀ ਜਿਹੜਾ ਬਾਰ-ਬਾਰ ਕੋਟ ਹੁੰਦਾ ਬੜੀ ਵਾਰ, ਵੀ ਜੇ ਤੁਹਾਡੇ ਸਮਝ ਨਾ ਆਵੇ ਤੁਹਾਨੂੰ ਕਿਸੇ ਗੱਲ ਦੀ ਕਿ ਕੀ ਠੀਕ ਹੈ ਕੀ ਗਲਤ ਹੈ, ਲਾਈਨ ਦੇ ਵਿੱਚ ਖੜਾ ਆਖਰੀ ਬੰਦਾ ਜਿਹੜਾ ਖੜਾ ਹੈ ਉਹਦੀ ਵਾਰੀ ਕਦੋਂ ਆਏਗੀ, ਉਹ ਕੀ ਮਹਿਸੂਸ ਕਰਦਾ ਹੈ, ਉਹਨੂੰ ਧਿਆਨ 'ਚ ਰੱਖ ਕੇ ਪਾਲਿਸੀ ਬਣਾ ਲਓ। ਇਹ ਸਭ ਦੇ ਫਿੱਟ ਹੀ ਆ ਜਾਊਗੀ, ਲਗਭਗ ਕਿਸੇ ਨਾ ਕਿਸੇ ਰੂਪ 'ਚ ਠੀਕ ਚਲੀ ਜਾਊਗੀ। ਤੇ ਇਸ ਕਰਕੇ ਤੁਸੀਂ ਇਹ ਨਹੀਂ ਸੋਚਦੇ, ਤੁਸੀਂ ਸੋਚਦੇ ਹੋ ਕਿ ਬਿਨਾਂ ਪਾਸ ਤੋਂ, ਬਿਨਾਂ ਪਰਮਿਟ ਤੋਂ ਜਿਹੜਾ ਮੂਹਰੇ ਧੱਕਾ ਦੇ ਕੇ ਆ ਰਿਹਾ ਬੰਦਾ, ਮੈਂ ਤਾਂ ਉਹਦੇ ਲਈ ਸੋਚਣਾ, ਉਹ ਮੇਰਾ ਬੰਦਾ ਹੈ। ਜਿਹੜਾ ਪਿੱਛੇ ਰਹਿ ਗਿਆ ਉਹ ਤਾਂ ਮੇਰਾ ਬੰਦਾ ਹੈ ਹੀ ਨਹੀਂ ਸਟੇਟ ਦੇ ਵਿੱਚ ਇਸ ਪੱਧਰ ਦੇ ਉੱਤੇ। ਇਹ ਪਾਲਿਸੀ ਦਾ ਜਿਹੜਾ ਇੱਕ ਸਟਰਕਚਰ ਚੱਲ ਰਿਹਾ ਸਾਡਾ, ਜਿਹਦੇ ਕਰਕੇ ਨੁਕਸਾਨ ਹੋ ਰਿਹਾ ਬਹੁਤ ਵੱਡੇ ਪੱਧਰ ਤੇ। ਇੱਕ ਹੋਰ ਇਹਦੇ ਵਿੱਚ ਸਵਾਲ ਉੱਠਦਾ ਹੈ ਕਿ ਜਿਹੜੀ ਤੁਸੀਂ 90 ਵਾਲੀ ਪਾਲਿਸੀ ਕਹਿੰਦੇ ਹੋ, ਉਹ ਬਾਕੀ ਸਟੇਟਾਂ ਨੇ ਕਿਉਂ ਨਹੀਂ ਲਾਗੂ ਕੀਤੀ? ਉਹਨਾਂ ਨੇ ਇੰਨੀ ਦਿਲਚਸਪੀ ਕਿਉਂ ਨਹੀਂ ਦਿਖਾਈ? ਉਹਨਾਂ ਨੇ ਕਿਉਂ ਨਹੀਂ ਪ੍ਰਾਈਵੇਟ ਮਾਫੀਆ ਉੱਥੇ ਖੜਾ ਕੀਤਾ? ਹਰਿਆਣੇ ਤੇ ਹਿਮਾਚਲ ਵਾਲਿਆਂ ਨੇ, ਸਿਰਫ ਪੰਜਾਬ ਨਹੀਂ ਇਹ ਕਿਉਂ ਕੀਤਾ? ਕਿਉਂਕਿ ਕੇਂਦਰ ਦੇ ਹੁਕਮ ਤਾਂ ਉਹਨਾਂ ਲਈ ਵੀ ਆਏ ਹੋਣੇ। ਕਿਉਂਕਿ ਮੈਨੂੰ ਲੱਗਦਾ ਹੈ ਕਿ ਉੱਥੇ ਦਾ ਸਿਆਸਤਦਾਨ ਟਰਾਂਸਪੋਰਟ 'ਚ ਨਹੀਂ ਪਿਆ ਬਹੁਤਾ, ਉੱਥੇ ਟਰਾਂਸਪੋਰਟ 'ਚ ਇੰਟਰਸਟ ਘੱਟ ਸੀ। ਸਾਡੇ ਤਾਂ ਟਰਾਂਸਪੋਰਟਰ 'ਚ, ਜੇ ਮੈਂ ਪਹਿਲੀ ਗੱਲ ਕੀਤੀ ਹੈ ਕਿ ਪੰਜਾਬੀਆਂ ਦਾ ਟਰਾਂਸਪੋਰਟ ਦੇ ਨਾਲ ਨਾਤਾ ਬੜਾ ਪੁਰਾਣਾ ਹੈ, ਤੇ ਉਹ ਟਰੱਕ ਯੂਨੀਅਨਾਂ ਤੋਂ ਹੁੰਦਾ ਹੋਇਆ ਵੱਖ-ਵੱਖ ਜਗ੍ਹਾ ਤੇ ਦੂਜੀ ਟਰਾਂਸਪੋਰਟ ਦੇ ਵਿੱਚ ਵੀ ਆਇਆ ਹੈ। ਸਾਡੇ ਕੋਲ ਇਹ ਲੱਗਦਾ ਸੀ ਕਿ ਇਹੀ ਚੀਜ਼ਾਂ ਤੋਂ ਅਸੀਂ ਪੈਸੇ ਕਮਾਉਣੇ ਨੇ, ਇਸ ਤਰੀਕੇ ਦੀਆਂ ਉਹ ਚੀਜ਼ਾਂ ਕਰਦੀਆਂ ਨੇ। ਇੱਕ ਤਾਂ ਇਹ ਰੀਜਨ ਵੀ ਸੰਭਵ ਹੈ ਉਸ ਪੱਧਰ ਦੇ ਉੱਤੇ।
ਦੂਜਾ ਇਹ ਰੀਜਨ ਵੀ ਸੰਭਵ ਹੈ ਮੁਕਾਬਲਤਾ ਨੂੰ। ਹੁਣ ਤਾਂ ਫਰਕ ਪਿਆ, ਅਲੱਗ ਗੱਲ ਹੈ ਕਿ ਪੰਜਾਬ ਥੋੜਾ ਜਿਹਾ ਵੀਕ ਹੈ। 85 ਤੱਕ ਪੰਜਾਬ ਰੈਵਨਿਊ ਸਰਪਲਸ ਸਟੇਟ ਸੀ, ਇਹ ਕੋਈ ਘਾਟਾ ਨਹੀਂ। ਸਭ ਤੋਂ ਅਮੀਰ ਤੇ ਸਭ ਤੋਂ ਕੰਜ਼ਿਊਮਰਿਸਟ ਸਟੇਟ ਸੀ। ਸਭ ਤੋਂ ਜ਼ਿਆਦਾ ਪੈਸਾ ਇੱਥੇ ਖਰਚਦਾ ਸੀ ਬੰਦਾ, ਸਭ ਤੋਂ ਜ਼ਿਆਦਾ ਬਾਕੀ ਚੀਜ਼ਾਂ ਇੱਥੇ ਖਰਚਦੇ ਸੀ, ਤੇ ਇੱਥੇ ਲੋਕ ਟਰੈਵਲਿੰਗ ਬਹੁਤ ਜ਼ਿਆਦਾ ਸੀ। ਮੁਕਾਬਲਤਾ ਡਾਇਨਾਮਿਕ ਸੀਗਾ ਇੱਕ ਮਾਹੌਲ। ਉਹਦੇ ਤੋਂ ਸਿਆਸਤਦਾਨ ਨੂੰ ਲੱਗਿਆ ਕਿ ਆਪਾਂ ਨੂੰ ਇਹ ਫਾਇਦਾ ਉਠਾਉਣਾ ਚਾਹੀਦਾ। ਪਹਿਲਾਂ ਤੋਂ ਹੀ ਪੰਜਾਬ ਦੇ ਵਿੱਚ ਕਈ ਸਿਆਸਤਦਾਨ ਬੱਸਾਂ ਦੇ ਬਿਜ਼ਨਸ 'ਚ ਹੈਗੇ ਸੀ। ਜਿਵੇਂ ਸੁਖਬੀਰ ਬਾਦਲ ਵੀ ਕਹਿੰਦਾ ਨਾ ਕਿ ਸਾਡੀ ਤਾਂ ਆਜ਼ਾਦੀ ਤੋਂ ਪਹਿਲਾਂ ਵੀ ਬੱਸ ਹੁੰਦੀ ਸੀ, ਇੱਕ ਜਾਂ ਦੋ ਬੱਸ। ਇਹਦਾ ਮਤਲਬ ਤੁਹਾਡਾ ਟੇਸਟ ਉਦੋਂ ਤੋਂ ਸੀਗਾ। ਫਿਰ ਜਦ ਸੱਤਾ ਆ ਗਈ ਤਾਂ ਉਹ ਟੇਸਟ ਨੂੰ ਚਾਰ ਚੰਨ ਲੱਗ ਗਏ ਤੇ ਤੁਸੀਂ ਬਹੁਤ ਜ਼ਿਆਦਾ ਫਿਰ ਉਸ ਤਰੀਕੇ ਦਾ ਕਰਨਾ ਸ਼ੁਰੂ ਕਰ ਗਏ। ਪਰ ਸਭ ਤੋਂ ਵੱਡਾ ਕੁਐਸਚਨ ਇਹ ਹੈ ਸਾਡੇ ਸਾਹਮਣੇ, ਮੇਰਾ ਖਿਆਲ ਹੈ ਕਿ ਕੀ ਸਿਆਸਤਦਾਨ ਤੇ ਬਿਜ਼ਨਸ ਦੋਨੋਂ ਇੱਕ ਬੰਦੇ ਨੂੰ ਕਰਨ ਦੀ ਮਤਲਬ ਇਜਾਜ਼ਤ ਹੋਣੀ ਚਾਹੀਦੀ ਹੈ, ਜਾਂ ਜੇ ਬਿਜ਼ਨਸਮੈਨ ਸਿਆਸਤ 'ਚ ਆ ਜਾਂਦਾ ਹੈ ਤਾਂ ਉਹਨੂੰ ਹੌਲੀਡੇ ਨਹੀਂ ਦੇ ਲੈ ਲੈਣੀ ਚਾਹੀਦੀ, ਉਨਾ ਸਮਾਂ ਘੱਟੋ ਘੱਟ 5-7 ਸਾਲ ਕਿ ਉਹਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੋਏਗਾ, ਕਿਸੇ ਟਾਈਪ ਦਾ ਮਤਲਬ ਕੋਈ ਸਿਸਟਮ ਨਹੀਂ, ਉਸ ਲੈਵਲ ਤੇ ਬਣਾ ਦੇਣਾ ਚਾਹੀਦਾ। ਤੇ ਤੀਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਫਿਰ ਪੈਸੇ ਉਵੇਂ ਹੀ ਬਣਾਉਂਦੇ ਹੋ, ਉਵੇਂ ਹੀ ਪ੍ਰਾਪਰਟੀ, ਤੁਸੀਂ ਹੋਟਲ ਦੇ ਬਿਜ਼ਨਸ 'ਚ ਵੀ ਚਲੇ ਗਏ ਹੋ, ਤੁਸੀਂ ਟਰਾਂਸਪੋਰਟ ਦੇ ਬਿਜ਼ਨਸ ਵੀ ਚਲੇ ਗਏ ਹੋ, ਤੁਸੀਂ ਪ੍ਰਾਪਰਟੀ ਡੀਲਿੰਗ ਦੇ ਬਿਜ਼ਨਸ ਦੇ ਵਿੱਚ ਵੀ ਚਲੇ ਗਏ ਹੋ। ਪੰਜਾਬ ਦੇ ਸਿਆਸਤਦਾਨਾਂ ਦਾ ਤੁਸੀਂ ਥੋੜਾ ਜਿਹਾ ਸਰਵੇ ਕਰਕੇ ਦੇਖੋ, ਕਿੰਨੇ ਪ੍ਰਾਪਰਟੀ ਡੀਲਿੰਗ 'ਚ ਟਾਪ ਮੋਸਟ ਨੇ, ਵੱਡੀਆਂ ਵੱਡੀਆਂ ਪ੍ਰਾਪਰਟੀਆਂ ਵੇਚਣ ਖਰੀਦਣ ਦੇ ਧੰਦੇ ਦੇ ਵਿੱਚ ਨੇ, ਕੋਲੋਨਾਈਜ਼ਰ ਨੇ ਜਿਹਨੂੰ ਆਪਾਂ ਕਹਿੰਦੇ ਆ। ਤਾਂ ਫਿਰ ਕੀ ਹੁੰਦਾ ਹੈ, ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਸਤੀਆਂ ਜ਼ਮੀਨਾਂ ਲੈ ਕੇ ਕਲੋਨੀ ਖੜੀ ਕਰਦੇ ਨੇ ਤੇ ਅਗਲੀਆਂ ਕੈਬਨਿਟ ਦੇ ਵਿੱਚ ਉਹਨੂੰ ਅਪਰੂਵਲ, ਉਹਨੂੰ ਲੈਜੀਟੀਮੇਟ ਕਰਾ ਲੈਂਦੇ ਨੇ ਕਿ ਹਾਂਜੀ ਇਹ ਠੀਕ ਹੈ। ਔਰ ਪੰਜਾਬ ਦੇ ਕਿਹੜੇ ਪੋਲੀਟੀਸ਼ੀਅਨ ਦਾ ਉਹ ਕੋਲੋਨਾਈਜੇਸ਼ਨ ਦੇ ਵਿੱਚ ਪੈਸਾ ਨਹੀਂ ਲੱਗਿਆ ਹੋਇਆ, ਜੋ ਆਪ ਵੀ ਡਾਇਰੈਕਟ ਨਹੀਂ ਹੈ, ਤੇ ਉਹਦੇ ਰਾਹੀਂ ਮਲਾਈ ਕਿੰਨਿਆਂ ਨੂੰ ਆਉਂਦੀ ਹੈ, ਟਰਾਂਸਪੋਰਟ ਦੇ ਵਿੱਚ ਕਿੰਨਿਆਂ ਨੂੰ ਆਉਂਦੀ ਹੈ, ਤਾਂ ਫਿਰ ਉਹ ਕਿਵੇਂ ਕਰਨਗੇ ਆਮ ਲੋਕਾਂ ਦੀ ਗੱਲ, ਤੇ ਕਿਵੇਂ ਇਸ ਲੈਵਲ ਤੇ। ਇਹ ਵੱਡੀ ਡਿਬੇਟ ਦਾ ਮੇਰਾ ਖਿਆਲ ਹੈ ਹਿੱਸਾ ਹੈ ਕਿ ਜਿੰਨਾ ਚਿਰ ਇਕੱਲੇ ਇੱਕ ਦਾ ਕੁਐਸਚਨ ਨਹੀਂ ਹੈ। ਜੇ ਕੋਈ ਕਹੇਗਾ ਕਿ ਇੱਕ ਨਾਲ ਠੀਕ ਹੋ ਜੂ, 4 ਬੱਸਾਂ ਫੜਨ ਨਾਲ ਠੀਕ ਹੋ ਜੂ, ਬੱਸਾਂ ਫੜਨਾ ਵੀ ਠੀਕ ਗੱਲ ਹੈ, ਉਹਦੇ ਨਾਲ ਵੀ ਮਾੜਾ ਮੋਟਾ ਫਰਕ ਪੈਂਦਾ, ਪਰ ਇਹ ਪੈਚ ਵਰਕ ਹੈ। ਪੈਚ ਵਰਕ ਦਾ ਤੇ ਟਿਊਬ ਖਰਾਬ ਹੋਣ ਦਾ ਬੜਾ ਫਰਕ ਹੁੰਦਾ ਹੈ। ਸਿਸਟਮ ਓਵਰਆਲ ਉਹਦੇ ਚ ਉਲਝਿਆ ਪਿਆ। ਇੱਕ ਸਿਆਸਤਦਾਨ ਦੀ ਟਰਾਂਸਪੋਰਟ ਹੋਏਗੀ, ਦੂਜਾ ਉਸੇ ਸਿਆਸਤਦਾਨ ਦੇ ਹੋਰ ਧੰਦੇ ਵੀ ਨੇ, ਉਹ ਰੇਤਾ ਬਜਰੀ ਚ ਵੀ ਉਹੀ ਹੈ, ਬਾਕੀ ਜਗ੍ਹਾ ਵੀ ਉਹੀ ਹੈ, ਸ਼ਰਾਬ ਦੇ ਵਿੱਚ ਵੀ ਉਹਦੇ ਹਿੱਸੇ ਨੇ, ਉਹੀ ਮਤਲਬ ਲੈਂਡ ਮਾਫੀਏ ਦੇ ਰੂਪ ਦੇ ਵਿੱਚ ਵੀ ਹੈ ਕਿ ਜਿੱਥੇ ਕਿਤੇ ਬੇਨਾਮੀਆਂ ਜ਼ਮੀਨਾਂ ਪਈਆਂ ਨੇ। ਜਿਹੜਾ ਹੁਣ ਗੱਲ ਹੋਈ ਨਾ ਐਨਆਰਆਈ ਦੀਆਂ ਜ਼ਮੀਨਾਂ ਤੇ ਕਾਨੂੰਨ ਲਿਆਵਾਂਗੇ, ਤਾਂ ਇਹ ਦੇਖਿਆ ਜਾ ਰਿਹਾ ਕਿ ਬਹੁਤ ਸਾਰੀਆਂ ਪ੍ਰਾਪਰਟੀਆਂ ਇਹੋ ਜਿਹੀਆਂ ਪਈਆਂ ਨੇ ਆਪਣੇ ਪੰਜਾਬ ਦੇ ਵਿੱਚ, ਪਈਆਂ ਹੁੰਦੀਆਂ ਨੇ ਕਿਸੇ ਸ਼ਹਿਰ ਤੇ ਕਿਤੇ, ਉਹ ਰਲ ਕੇ ਜਿਹੜਾ ਨੈਕਸਸ ਹੈ ਸਿਆਸਤਦਾਨ ਦਾ, ਬਿਊਰੋਕਰੇਟ ਦਾ ਤੇ ਪੁਲਿਸ ਦਾ ਤੇ ਮਾਫੀਏ ਦਾ, ਉਹ ਰਲ ਕੇ ਉਹਨੂੰ ਫਿਰ ਇਕੱਠੀ ਜਿਹੜੀ ਪਾਈ ਦੇ ਤੌਰ ਤੇ ਖਾਂਦੇ ਨੇ ਹਿੱਸਾਦਾਰੀ ਪੈ ਕੇ। ਵਰਨਾ ਜੇ ਉਹ ਕਲਿੱਕ ਨਾ ਹੋਵੇ ਆਪਸ ਦੇ ਵਿੱਚ ਤਾਂ ਇੰਨਾ ਵੱਡਾ ਧੰਦਾ ਨਹੀਂ ਚੱਲ ਸਕਦਾ ਗੈਰ ਕਾਨੂੰਨੀ, ਹਰ ਖੇਤਰ 'ਚ ਬਗੈਰ ਕਾਨੂੰਨੀ ਇਹ ਧੰਦਾ ਉਸ ਰੂਪ 'ਚ ਨਹੀਂ ਚੱਲ ਸਕਦਾ। ਬਿਲਕੁਲ ਬਿਲਕੁਲ। ਹਮੀਰ ਸਿੰਘ ਜੀ, ਮੇਰਾ ਆਖਰੀ ਸਵਾਲ ਹੈ ਕਿ ਇਹਦੇ ਵਿੱਚ ਵੀ ਮੇਰੇ ਖਿਆਲ 'ਚ 2 ਸਵਾਲ ਲੱਗ ਜਾਣੇ ਕਿ ਇੱਕ ਤਾਂ ਜਦੋਂ ਟਰਾਂਸਪੋਰਟ ਮੰਤਰੀ ਦੀ ਗੱਲ ਹੁੰਦੀ ਹੈ ਤਾਂ ਉਹ ਟਰਾਂਸਪੋਰਟ ਮੰਤਰੀ ਜਦੋਂ ਵੀ ਇਕੱਲੇ ਪੰਜਾਬ ਦੀ ਗੱਲ ਜਦੋਂ ਆਪਾਂ ਕਰੀਏ, ਜਦੋਂ ਵੀ ਆਉਂਦਾ ਹੈ ਤਾਂ ਬੱਸਾਂ ਵੱਲ ਬਹੁਤਾ ਧਿਆਨ ਦਿੰਦਾ, ਜਦ ਕਿ ਟਰਾਂਸਪੋਰਟ ਦੇ ਵਿੱਚ ਮਾਫੀਆ ਇੱਕ ਮਾਈਨਿੰਗ ਦੇ ਨਾਲ ਵੀ ਜਿਹੜੀਆਂ ਟਿੱਪਰ ਚੱਲਦੇ ਨੇ ਵੱਡੇ ਵੱਡੇ, ਉਹ ਵੀ ਨੇ ਜਿਨ੍ਹਾਂ ਤੋਂ ਪਿੰਡਾਂ ਦੇ ਲੋਕ ਜਾਂ ਉਹ ਲੋਕ ਵੀ ਪਰੇਸ਼ਾਨ, ਸ਼ਹਿਰਾਂ ਜਿੱਥੋਂ ਲੰਘਦੇ ਨੇ ਮਾਫੀਆ ਚੱਲਦਾ, ਮਾਈਨਿੰਗ ਕਰਦਾ, ਨਾ ਤਾਂ ਉਧਰਲੇ ਪਾਸੇ ਕੋਈ ਧਿਆਨ, ਨਾ ਉਹਦੇ ਉੱਤੇ ਕੋਈ ਬਹੁਤੀ ਕਾਰਵਾਈ, ਕਿਉਂਕਿ ਉਧਰ ਵੀ ਕਿਤੇ ਨਾ ਕਿਤੇ ਸਿਆਸਤਦਾਨ ਦਾ ਹਿੱਸਾ। ਤੇ ਬਾਕੀ ਜਿਹੜੇ ਲੋਕਾਂ ਦੇ ਲਈ ਲੋਕ ਹਿੱਤ ਦੇ ਵਿੱਚ ਟਰਾਂਸਪੋਰਟ ਦੇ ਕੰਮ, ਕਿਉਂਕਿ ਹਰੇਕ ਬੰਦੇ ਕੋਲ ਆਪਣਾ ਆਪਣਾ ਸਾਧਨ ਹੈ ਤੇ ਉਹਨਾਂ ਦੇ ਲਈ ਜਿਹੜੀਆਂ ਪਾਲਿਸੀਆਂ ਲਿਆਣੀਆਂ ਉਧਰ ਧਿਆਨ ਨਹੀਂ ਦਿੱਤਾ ਜਾਂਦਾ। ਸਿਰਫ ਤੇ ਸਿਰਫ ਏਦਾਂ ਲੱਗਦਾ ਕਿ ਸਿਆਸਤ ਚਮਕਾਉਣ ਦੇ ਲਈ ਬਾਦਲਾਂ ਦੀਆਂ ਬੱਸਾਂ ਫੜ ਲਓ ਜਾਂ ਕਿਸੇ ਹੋਰ ਸਿਆਸਤਦਾਨ ਦੀਆਂ ਬੱਸਾਂ ਫੜ ਲਓ, ਇੱਥੋਂ ਤੱਕ ਸੀਮਿਤ ਰਹਿ ਜਾਂਦਾ। ਨਹੀਂ, ਮੈਂ ਉਹੀ ਗੱਲ ਕਰ ਰਿਹਾ ਕਿ ਜਿਹੜੀ, ਜੇ ਤੁਸੀਂ ਸੀਰੀਅਸਲੀ ਕੰਮ ਕਰਨਾ ਚਾਹੁੰਦੇ ਹੋ ਤਾਂ ਸੀਰੀਅਸਲੀ ਇੱਕ ਤਾਂ ਟਰਾਂਸਪੇਰੈਂਟ ਸਿਸਟਮ ਦਾ ਸਵਾਲ ਹੈ ਤੇ ਜਵਾਬਦੇਹੀ ਦਾ, ਪਾਰਦਰਸ਼ੀ ਤੇ ਜਵਾਬਦੇਹੀ ਇੱਕ ਸਿਸਟਮ ਕ੍ਰੀਏਟ ਕਰਨਾ ਹੁੰਦਾ, ਚਾਹੇ ਕਿਸੇ ਡਿਪਾਰਟਮੈਂਟ 'ਚ ਕਰੋਗੇ, ਚਾਹੇ ਕਿਸੇ ਦਫ਼ਤਰ 'ਚ ਕਰੋਗੇ, ਚਾਹੇ ਜਿੱਥੇ ਮਰਜ਼ੀ ਹੈ, ਤਾਂ ਕਿ ਹਰ ਗੱਲ ਲੋਕਾਂ ਨੂੰ ਪਤਾ ਲੱਗਦੀ ਰਹੇ, ਹੈ ਨਾ, ਕਿਹਦੇ ਕੋਲ ਕਿੰਨਾ ਰੂਟ ਹੈ, ਕੀ ਇਹ ਜਗ ਜਾਰ ਕਿਉਂ ਨਹੀਂ ਕਰਦੇ। ਬੰਦਿਆਂ ਨੂੰ ਅਦਾਲਤ 'ਚ ਜਾਣਾ ਪੈਂਦਾ, ਬੰਦਿਆਂ ਨੂੰ ਕਾਸੇ 'ਚ ਜਾਣਾ ਪੈਂਦਾ, ਬੰਦਿਆਂ ਨੂੰ, ਲੋਕਾਂ ਨੂੰ ਪਤਾ ਹੋਵੇ ਕਿ ਆਹ ਬੱਸ ਦਾ ਰੂਟ ਇੱਥੇ ਤੱਕ ਹੈ, ਅੱਗੇ ਕਿੱਧਰ ਚੱਲੀ ਹੈ। ਜੇ ਲੋਕਾਂ ਦੀ ਨਜ਼ਰ 'ਚ ਹੋਏਗੀ ਤਾਂ ਸਵਾਲ ਉੱਠਣੇ ਸ਼ੁਰੂ ਹੋਣਗੇ। ਜੇ ਬੱਸਾਂ ਨੂੰ ਵੀ ਤੁਸੀਂ ਕਰਨਾ, ਇੱਕ ਵਾਰ 2 ਬੱਸਾਂ ਫੜ ਕੇ, 4 ਬੱਸਾਂ ਫੜ ਕੇ ਥੋੜਾ ਬਹੁਤ ਹੋ ਜਾਂਦਾ, ਰੌਲਾ ਪੈ ਜਾਂਦਾ, ਮੁੜ ਕੇ ਤਾਂ ਫਿਰ ਉਹੀ ਕੰਮ ਚੱਲਦਾ ਉਹਦੇ 'ਚ। ਦੂਜੀ ਗੱਲ, ਜਦੋਂ ਤੁਸੀਂ ਪੋਲੀਟੀਕਲ ਟਾਰਗੇਟ ਇਕੱਲਾ ਐਂ ਕਰਦੇ ਹੋ ਕਿ ਇੱਕ ਬੰਦਾ ਤੁਹਾਡੇ ਨਾਲ ਉਸੇ ਹਲਕੇ ਦਾ, ਜਿਹੜਾ ਤੁਹਾਡੇ ਨਾਲ ਐਮਐਲਏ ਖੜਾ ਹੁੰਦਾ ਦੂਜੀ ਪਾਰਟੀ ਚੋਂ, ਉਹਦੀ ਬੱਸ ਦਾ ਪਹਿਲਾਂ ਚਲਾਨ ਹੁੰਦਾ, ਕਿਸੇ ਦੂਜੇ ਪਰਿਵਾਰ ਦੀ ਦਾ, ਉਹ ਜਿਹੜਾ
ਮਤਲਬ ਰੰਗਤ ਦੂਜੀ ਆ ਜਾਂਦੀ ਹੈ। ਲੋਕ ਇਹ ਮਹਿਸੂਸ ਕਰਨ ਲੱਗ ਜਾਂਦੇ ਨੇ ਵੀ ਇਹ ਤਾਂ ਤੁਸੀਂ ਰਾਜਨੀਤਿਕ ਵਿਰੋਧ ਕਰਕੇ ਸ਼ਾਇਦ ਇਹ ਕਰ ਰਹੇ ਹੋ। ਇਹ ਚੀਜ਼ਾਂ ਨਹੀਂ ਉਸ ਲੈਵਲ ਤੇ ਕਰਨ ਦੀ ਲੋੜ। ਅਗਲੀ ਗੱਲ ਇਹ ਹੈ ਕਿ ਜਿਹੜੀਆਂ ਚੀਜ਼ਾਂ ਕਿਹੜੇ ਰੂਟ ਕੀ ਚੀਜ਼ਾਂ ਨੇ ਉਹਦੇ ਲਈ ਕੋਈ ਸਟਰਕਚਰ ਬਣਾਓ, ਕੋਈ ਇਹੋ ਜਿਹੀ ਅਥਾਰਟੀ ਬਣਾ ਲਓ ਜਿਹੜੀ ਅਥਾਰਟੀ ਤੁਹਾਡੇ ਜਾਂ ਦੂਜਿਆਂ ਦੇ ਨਾ ਹੋਵੇ ਤੇ ਜਿਹੜੀ ਸਿੱਧੇ ਤੌਰ ਤੇ ਚੈੱਕ ਕਰਕੇ ਚੀਜ਼ਾਂ ਨੂੰ ਦੇਖ ਸਕੇ ਤੇ ਇੱਕ ਮਤਲਬ ਅੱਗੇ ਲਈ ਇੱਕ ਰਾਹ ਬਣ ਜੇ। ਦੂਜਾ ਵੀ ਆਏ ਤੀਜਾ ਵੀ ਆਏ ਉਹ ਵੀ ਉਹਨੂੰ ਬਟਾ ਨਾ ਸਕੇ। ਇੱਕ ਬੰਦਾ ਮੈਟਰ ਨਹੀਂ ਕਰਦਾ ਹੁੰਦਾ ਉਸ ਲੈਵਲ ਤੇ, ਇੱਕ ਸਿਸਟਮ ਮੈਟਰ ਕਰਦਾ ਹੈ ਜਿਹੜਾ ਅੱਗੇ ਉਸ ਲੈਵਲ ਤੇ ਤੁਸੀਂ ਲੈ ਕੇ ਜਾਂਦੇ ਹੋ। ਬਾਕੀ ਇਹ ਗੱਲ ਠੀਕ ਹੈ, ਸਾਰੀਆਂ ਚੀਜ਼ਾਂ ਨੇ ਰੇਤ ਮਾਫੀਆ ਦੇ ਵਿੱਚ ਵੀ ਜਿੰਨਾ ਟਰਾਂਸਪੋਰਟ ਚੱਲਦੀ ਹੈ, ਟਿੱਪਰ ਟੁੱਪਰ ਉਹ ਕਿਹੜਾ ਰਜਿਸਟਰਡ ਜਾਂ ਕਿੱਥੋਂ ਆਉਂਦੇ ਨੇ ਕਿੱਥੋਂ ਨਹੀਂ ਤੇ ਕੀ ਉਹਦਾ ਟਰਾਂਸਪੋਰਟ ਦਾ ਸਿਸਟਮ ਹੈ। ਦੂਜੀ ਗੱਲ ਸਿਟੀ ਟਰਾਂਸਪੋਰਟ ਬਹੁਤ ਵੱਡੇ ਪੱਧਰ ਤੇ ਆਲੇ ਦੁਆਲੇ ਹੈ। ਕੀ ਲੋਕਾਂ ਦੇ ਫਾਇਦੇ ਦੇ ਵਾਸਤੇ ਪਬਲਿਕ ਟਰਾਂਸਪੋਰਟ ਦਾ ਸਿਸਟਮ ਕਿਵੇਂ ਚੱਲੇ ਬਿਹਤਰ ਰੂਪ ਚ ਕਿ ਆਪਣੇ ਆਪ ਹੀ ਪ੍ਰਾਈਵੇਟ ਸੈਟਅਪ ਉਹਦਾ ਮੁਕਾਬਲਾ ਨਾ ਕਰ ਸਕੇ ਉਸ ਪੱਧਰ ਤੇ ਤੁਸੀਂ ਉਹੀ ਜੀ ਪਾਲਿਸੀ ਫਰੇਮ ਕਰ ਲਓ ਤੇ ਉਸ ਲੈਵਲ ਦੇ ਲੋਕਾਂ ਨੂੰ ਰੁਜ਼ਗਾਰ ਵੀ ਦਿਓ, ਚਾਹੇ ਉਹ ਲੋਕਲ ਮਿੰਨੀ ਬੱਸਾਂ ਤੋਂ ਲੈ ਕੇ ਲੋਕਲ ਟਰੈਵਲਿੰਗ ਤੋਂ ਲੈ ਕੇ ਬਾਕੀ ਦੀਆਂ ਚੀਜ਼ਾਂ ਨੇ। ਹੁਣ ਕਿੰਨੇ ਸ਼ਹਿਰ ਨੇ, ਮੰਨ ਲਓ ਵੱਡੇ ਸ਼ਹਿਰ, ਚਾਹੇ ਤੁਸੀਂ ਰਾਜਸਥਾਨ ਦੇ ਕੁਝ ਸ਼ਹਿਰਾਂ ਦੇ ਵਿੱਚ ਚਲੇ ਜਾਓ, ਜੈਪੁਰ ਚਲੇ ਜਾਓ, ਚਾਹੇ ਤੁਸੀਂ ਸ਼੍ਰੀਨਗਰ ਇੱਧਰ ਚਲੇ ਜਾਓ, ਜਿੱਥੇ ਉੱਥੇ ਮੈਟਾਡੋਰ ਕਲਚਰ ਹੈ ਸ਼ਹਿਰਾਂ ਦੇ ਵਿੱਚ ਕੰਟੀਨਿਊ ਚੱਲਦਾ। ਹਰ 5-5 ਮਿੰਟ ਬਾਅਦ ਆਈ ਜਾਂਦੀਆਂ ਨੇ ਜਾਈ ਜਾਂਦੀਆਂ ਨੇ, ਆਈ ਜਾਂਦੀਆਂ ਨੇ ਜਾਈ ਜਾਂਦੇ ਨੇ। ਵੱਡਾ ਕਲਚਰ ਨਹੀਂ ਹੈ ਸਾਡੇ। ਜਿਹੜੀਆਂ ਬੱਸਾਂ ਨੇ ਜਿਹੜੀਆਂ ਸ਼ਹਿਰਾਂ 'ਚ ਵੀ ਪਾਈਆਂ ਨੇ ਉਹ ਵੀ ਵੱਡੀਆਂ ਬੱਸਾਂ ਨੇ। ਤੁਸੀਂ ਚੰਡੀਗੜ੍ਹ ਦੇਖ ਲਓ, ਐਡੀਆਂ ਵੱਡੀਆਂ ਬੱਸਾਂ ਉਹ ਕਿਵੇਂ ਮੁੜਨਗੀਆਂ, ਕਿੱਧਰ ਜਾਣਗੀਆਂ, ਕੀ ਕਰਨਗੀਆਂ, ਕਿਉਂਕਿ ਇਹ ਅੱਟੀ ਸੱਟੀ ਤੋਂ ਬਿਨਾਂ ਨਹੀਂ ਚੱਲਦੀ। ਇੱਕ ਉਦਯੋਗਪਤੀ ਨਾਲ ਕਿਤੇ ਨਾ ਕਿਤੇ ਅੱਟੀ ਸੱਟੀ ਹੁੰਦੀ ਹੈ, ਤੇਰੀਆਂ ਲੈ ਲੈਂਦੇ ਅਸੀਂ ਸਾਰੀਆਂ ਤੋਂ ਬਣਾ ਦੇਣੀਆਂ, ਆ ਮੇਰੀ ਹਿੱਸੇਦਾਰੀ ਹੋਏਗੀ। ਉਹ ਜਿਹੜੀਆਂ ਸਾਰੀਆਂ ਪਰਚੇਜਿੰਗ ਦਾ ਸਵਾਲ ਹੈ, ਖਰੀਦ ਦਾ ਸਵਾਲ ਹੈ ਟਰਾਂਸਪੋਰਟ 'ਚ, ਬਾਕੀ ਸਾਰੀਆਂ ਚੀਜ਼ਾਂ ਦਾ। ਇੰਨੀਆਂ ਬੱਸਾਂ ਦਾ ਸਪੇਅਰ ਪਾਰਟਸ, ਇੰਨੀਆਂ ਨਵੀਆਂ ਬਾਡੀਆਂ, ਇੰਨਾ ਨਵਾਂ ਬਾਕੀ ਹੈ, ਇਹ ਕਿਉਂ ਟੁੱਟ ਜਾਂਦੀਆਂ ਨੇ ਫਟਾਫਟ? 1.5 ਸਾਲ 'ਚ ਕਿਉਂ ਸਰਕਾਰੀ ਸੜਕ ਵਾਂਗ ਰੋਡਵੇਜ ਖੜਕ ਜਾਂਦੀ ਹੈ, ਬਾਕੀ ਬੱਸ ਕਿਉਂ ਨਹੀਂ ਖੜਕਦੀ? ਬਹੁਤ ਚੀਜ਼ਾਂ ਨੇ ਮਤਲਬ ਦੇਖਣ ਦਾ। ਫਿਰ ਲਾਇਸੈਂਸਿੰਗ ਸਿਸਟਮ ਦਾ ਸਵਾਲ ਹੈ ਟਰਾਂਸਪੋਰਟ ਡਿਪਾਰਟਮੈਂਟ ਦੀ, ਇਹ ਵੀ ਤਾਂ ਜ਼ਿੰਮੇਵਾਰੀ ਹੈ ਨਾਲ ਕਿ ਐਕਸੀਡੈਂਟ ਕਿਵੇਂ ਘਟਣ, ਕਿਵੇਂ ਲੋਕਾਂ ਦੀਆਂ ਜਾਨਾਂ ਨਾ ਜਾਣ। ਐਵਰੇਜ 10 ਬੰਦਿਆਂ ਦੀ ਜਾਨ ਡੇਲੀ ਜਾ ਰਹੀ ਹੈ, 4000 ਬੰਦਾ ਸਾਲ 'ਚ ਮੌਤ ਦੇ ਮੂੰਹ ਪੈ ਜਾਂਦਾ ਹੈ ਪੰਜਾਬ ਦੇ ਵਿੱਚ। ਐਡਾ ਵੱਡਾ ਹਾਈ ਡੈਟ ਹੈ ਤੇ ਉਹਦੇ ਨਾਲ ਜੁੜਿਆ ਹੋਇਆ ਬਾਕੀ ਉਹ ਵੀ ਤਾਂ ਟਰਾਂਸਪੋਰਟ ਦੇ ਸਿਸਟਮ ਦਾ ਹਿੱਸਾ ਹੈ। ਉਹਦੇ 'ਚ ਆਉਣਾ ਚਾਹੀਦਾ ਕਿ ਉਹਨੂੰ ਆਪਾਂ ਕਿਵੇਂ ਰੋਕਣਾ, ਕਿਵੇਂ ਕਿਸ ਤਰੀਕੇ ਦੇ ਨਾਲ ਚਲਾਉਣਾ। ਤੇ ਇਹ ਜਿਹੜੇ ਸਾਰੇ ਸਿਸਟਮ ਨੇ, ਫਿਰ ਪੋਲੂਸ਼ਨ ਦਾ ਸੈਟਅਪ ਹੈ ਉਹ ਟਰਾਂਸਪੋਰਟ ਨਾਲ ਵੀ ਜੁੜਿਆ ਹੋਇਆ। ਹਵਾ ਪੋਲੂਸ਼ਨ ਦਾ ਬਹੁਤ ਵੱਡਾ ਰੋਲ ਹੈ। ਇੱਥੇ ਕਿੰਨੇ ਹੀ ਟਰੱਕ ਤੇ ਬੱਸਾਂ ਇੰਨਾ ਧੂਆਂ ਮਾਰਦੀਆਂ ਜਾਂਦੀਆਂ ਨੇ ਤੇ ਉਹਨੂੰ ਇਜਾਜ਼ਤ ਦਿੰਦਾ ਕੋਈ ਤਾਂ ਹੀ ਹੈ। ਜੇ ਪੋਲੂਸ਼ਨ ਦੇ ਸੈਟ ਮਤਲਬ ਇਹਦੀਆਂ ਅਨੇਕਾਂ ਪਰਤਾਂ ਨੇ ਜਿਹੜੀਆਂ ਅਨੇਕਾਂ ਪਰਤਾਂ ਦੇ ਵਿੱਚ ਖਿਆਲ ਦੇਣਾ ਪਏਗਾ ਜੇ ਸੀਰੀਅਸਲੀ ਕਰਨਾ ਹੋਵੇ। ਇਹ ਠੀਕ ਹੈ ਕਿ ਆਹ ਸਰਕਾਰ ਜਿਹੜੀ ਹੁਣ ਚੰਨੀ ਦੀ ਉਦੋਂ ਬਦਲ ਕੇ ਆਏ 2-3 ਮਹੀਨਿਆਂ 'ਚ ਤਾਂ ਇਹੋ ਜਿਹਾ ਕੁਛ ਹੋ ਸਕਦਾ ਕਿ ਤੁਸੀਂ ਥੋੜਾ ਬਹੁਤ ਆਪਣਾ ਤਫੜੀ ਕਰੋ, ਪਰ ਇਹਦੇ ਨਾਲ ਵੀ ਮਾੜੀ ਮੋਟੀ ਹਿਲਜੁਲ ਹੁੰਦੀ ਹੈ। ਘੱਟੋ ਘੱਟ ਆ ਜਿਹੜੇ ਅਜੇ ਆਪਾਂ ਚਰਚਾ ਕਰ ਰਹੇ ਹਾਂ ਤਾਂ ਕਰਨ ਲੱਗੇ ਹਾਂ, ਜੇ ਮਾੜੇ ਮੋਟੇ 2-4 ਚਲਾਨ ਚਲੂਣ ਹੋਏ ਨੇ, ਇਹ ਵੀ ਪੋਜ਼ਿਟਿਵਲੀ ਇੰਨਾ ਕੁ ਲੈਣਾ ਚਾਹੀਦਾ। ਪਰ ਕੇਵਲ ਇੰਨੇ ਨਾਲ ਕੰਮ ਨਹੀਂ ਚੱਲਣਾ, ਇਹਦੇ ਲਈ ਉਦੋਂ ਵੱਡੇ ਲੈਵਲ ਤੇ ਉੱਤੇ ਚੀਜ਼ਾਂ ਕਰਨ ਦੀ ਲੋੜ ਹੈ। ਜਿਹੜਾ ਇੱਕ ਡਰਾਮਾ ਟਾਈਪ ਅਸੀਂ ਕਰਦੇ ਹਾਂ, ਜਿਵੇਂ ਨਰਿੰਦਰ ਮੋਦੀ ਝਾੜੂ ਮਾਰਨ ਲੱਗ ਗਿਆ 2 ਦਿਨ ਕਿਤੇ ਜਾ ਕੇ, ਬਾਅਦ ਦੇ ਵਿੱਚ ਪਤਾ ਲੱਗਦਾ ਕਿ ਉਹ ਤਾਂ ਹੋਰ ਹੀ ਕੰਮ ਹੋ ਗਿਆ। ਉਵੇਂ ਟਰਾਂਸਪੋਰਟ ਮਿਨਿਸਟਰ ਝਾੜੂ ਮਾਰਨ ਲੱਗ ਜੇ ਕਿਸੇ ਉਹਦੇ 'ਚ ਜਾ ਕੇ, ਤੁਹਾਨੂੰ ਐਡਮਿਨਿਸਟ੍ਰੇਸ਼ਨ ਠੀਕ ਕਰਨੀ ਪਏਗੀ। ਜਿਵੇਂ ਬਾਦਲ ਸਾਹਿਬ ਸੀ, ਸੰਗਤ ਦਰਸ਼ਨ ਕਰਨ ਲੱਗ ਜਾਂਦੇ ਸੀ ਜਾ ਕੇ ਬਹਿ ਕੇ, ਕਿੰਨੇ ਪੈਸੇ ਚਾਹੀਦੇ ਨੇ। ਤੁਸੀਂ ਸਰਪੰਚ ਨਹੀਂ ਹੋ ਪਿੰਡ ਦੇ, ਪਿੰਡ 'ਚ ਜਾ ਕੇ ਤੁਹਾਨੂੰ ਕਹਿਣਾ ਚਾਹੀਦਾ ਹੈ, ਟਰਾਂਸਪੋਰਟ ਮੰਤਰੀ ਨੂੰ ਇਹ ਕਹਿਣਾ ਚਾਹੀਦਾ ਆਪਣੇ ਆਰਟੀਏ ਨੂੰ, ਤੇ ਉਦੋਂ ਬਾਅਦ ਹੇਠਲੇ ਲੈਵਲ ਤੇ ਜਿਹੜੇ ਡਿਸਟ੍ਰਿਕਟ ਟਰਾਂਸਪੋਰਟ ਅਫਸਰ ਨੇ ਤੇ ਉਦੋਂ ਬਾਅਦ ਇੰਸਪੈਕਟਰ ਨੇ ਕਿ ਮੈਨੂੰ ਜੇ ਸ਼ਿਕਾਇਤ ਆ ਗਈ ਮੈਂ ਤੰਗ ਦੂੰਗਾ ਇਹ ਸਾਰੇ ਬੰਦਿਆਂ ਨੂੰ ਜੇਕਰ ਆਹ ਚੀਜ਼ਾਂ ਹੋਣਗੀਆਂ। ਮੈਨੂੰ ਇਹ ਸਿਸਟਮ ਸੁਧਰਿਆ ਹੋਣਾ ਚਾਹੀਦਾ, ਸਿਸਟਮ ਇਸ ਢੰਗ ਨਾਲ ਚੱਲਣਾ ਚਾਹੀਦਾ। ਮੈਂ ਪ੍ਰੈਜ਼ੈਂਟ ਕਿਵੇਂ ਰਹਿ ਜਾਊਗਾ ਸਾਰੀ ਜਗ੍ਹਾ, ਮੰਤਰੀ ਪ੍ਰੈਜ਼ੈਂਟ ਕਿਵੇਂ ਰਹਿ ਜਾਊਗਾ ਸਾਰੀ ਜਗ੍ਹਾ। ਸਿਸਟਮ ਪਾਰਦਰਸ਼ੀ ਤੇ ਉਹਨਾਂ ਤੋਂ ਕੰਮ ਲੈਣ ਦੀ ਆਦਤ ਪਾਈ ਜਾਏ। ਉਹ ਜਿਹੜੇ ਸਾਰੇ ਮੁਲਾਜ਼ਮਾਂ ਤੋਂ ਲੈ ਕੇ ਅਫਸਰਾਂ ਤੱਕ ਕੰਮ ਲੈਣ ਦੀ ਇਜਾਜ਼ਤ ਮਤਲਬ ਉਹਨਾਂ ਨੂੰ ਆਦਤ ਪਏਗੀ, ਇੱਕ ਵਰਕ ਕਲਚਰ ਹੋਏਗਾ ਉਸ ਪੱਧਰ ਦੇ ਉੱਤੇ, ਫਿਰ ਚੀਜ਼ਾਂ ਸਮੂਥ ਹੋਣਗੀਆਂ। ਨਹੀਂ ਤਾਂ ਤੁਸੀਂ ਕੱਲਾ ਨਹੀਂ ਕਰ ਸਕਦੇ। ਤੁਸੀਂ ਕਹੋ ਜਿਹੜੇ ਤੇਰੇ ਲੈਵਲ ਦੇ ਮੁੱਦੇ ਨੇ ਤੇਰੇ ਲੈਵਲ ਤੇ ਹੱਲ ਹੋਣੇ ਚਾਹੀਦੇ ਨੇ, ਜਿਹੜੇ ਤੇਰੇ ਦਾਇਰੇ ਦੇ ਨਹੀਂ ਉਹ ਮੇਰੇ ਕੋਲ ਉੱਪਰ ਆ ਜੇ। ਕੰਮ ਤਾਂ ਹੋਣਾ ਹੈ, ਟੀਮ ਖੇਡਦੀ ਹੈ ਹਮੇਸ਼ਾ। ਜੇ ਇੱਕ ਟੀਮ ਹੈ 11 ਪਲੇਅਰਾਂ ਦੀ, ਕੱਲਾ ਕੈਪਟਨ ਸਾਰੇ ਗਰਾਊਂਡ 'ਚ ਭੱਜਿਆ ਫਿਰੇ, ਟੀਮ ਨਹੀਂ ਜਿੱਤਦੀ। ਟੀਮ ਉਦੋਂ ਜਿੱਤਦੀ ਹੈ ਜਦੋਂ ਸਾਰੇ ਪਲੇਅਰ ਆਪਣੀ ਆਪਣੀ ਖੇਡ ਜਗ੍ਹਾ ਖੇਡਦੇ ਨੇ ਤੇ ਆਪਣੀ ਜਗ੍ਹਾ ਪੂਰਾ ਜੀ ਜਾਨ ਨਾਲ ਪਾਸ ਦੇ ਕੇ ਖੇਡਦੇ ਨੇ ਤੇ ਇੱਕ ਦੂਜੇ ਨਾਲ ਕੋਆਪਰੇਸ਼ਨ ਨਾਲ ਖੇਡਦੇ ਨੇ। ਇਸ ਕਰਕੇ ਸਾਡੇ ਸਾਰੇ ਫਰੰਟਾਂ ਤੇ, ਇਕੱਲਾ ਟਰਾਂਸਪੋਰਟ ਨਹੀਂ, ਵੱਖ-ਵੱਖ ਡਿਪਾਰਟਮੈਂਟਾਂ 'ਚ ਵੀ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੋਈ ਟੀਮਾਂ ਬਿਲਡ ਆਪਣੇ ਡਿਪਾਰਟਮੈਂਟ ਦੇ ਚੰਗੇ ਅਫਸਰਾਂ ਦੀਆਂ, ਚੰਗੇ ਮੁਲਾਜ਼ਮਾਂ ਦੀਆਂ,
ਚੰਗਿਆਂ ਨੂੰ ਐਪਰੀਸ਼ੀਏਟ ਕੀਤਾ ਜਾਵੇ ਤੇ ਮਾੜਿਆਂ ਨੂੰ ਕੋਈ ਸਜ਼ਾ ਦਿੱਤੀ ਜਾਵੇ। ਜੇ ਗਧਾ ਘੋੜਾ ਇੱਕੋ ਬਰਾਬਰ ਨੇ ਫਿਰ ਕੌਣ ਕੰਮ ਕਰੂਗਾ? ਫਿਰ ਤਾਂ ਦੂਜਾ ਕਹੂਗਾ ਕਿ ਕੋਈ ਫਰਕ ਨਹੀਂ ਪੈਂਦਾ, ਮੈਨੂੰ ਵੀ ਉਨੀ ਤਨਖਾਹ ਮਿਲ ਜਾਂਦੀ ਹੈ, ਉਹਨੂੰ ਵੀ ਉਨੀ, ਮੇਰੇ ਤੇ ਕਿਸੇ ਨੇ ਕੋਈ ਕਾਰਵਾਈ ਨਹੀਂ ਕਰਨੀ ਤਾਂ ਆਪਾਂ ਫਿਰ ਆਪਣਾ ਪ੍ਰਾਈਵੇਟ ਕੰਮ ਕਰ ਲਿਆ ਸਰਕਾਰੀ ਨੌਕਰੀ ਦੇ ਕਰਦੇ ਹੋਏ ਵੀ। ਉਹ ਚੀਜ਼ਾਂ ਨੂੰ ਵੀ ਧਿਆਨ ਦੇ ਵਿੱਚ ਰੱਖਣ ਦੀ ਲੋੜ ਜੀ। ਸ਼ੁਕਰੀਆ ਹਮੀਰ ਸਿੰਘ ਜੀ, ਧੰਨਵਾਦ ਤੁਹਾਡਾ। ਜੀ, ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ। ਜਿਸ ਤਰ੍ਹਾਂ ਦੇ ਸਰਕਾਰ ਮੁੱਦਿਆਂ ਦੇ ਉੱਤੇ ਕੰਮ ਕਰ ਰਹੀ ਹੈ, ਉਹਦੇ ਨਾਲ ਲੋਕਾਂ ਦੇ ਵਿੱਚ ਪ੍ਰਭਾਵ ਜਿਹੜਾ ਉਹ ਪਿਛਲੇ ਲੰਬੇ ਸਮੇਂ ਤੋਂ, ਦਹਾਕਿਆਂ ਤੋਂ ਹੀ ਲਾ ਲਓ, ਇਹ ਜਾਂਦਾ ਕਿ ਅਫਸਰਸ਼ਾਹੀ ਸਰਕਾਰਾਂ ਨੂੰ ਜਾਂ ਮੰਤਰੀਆਂ ਸੰਤਰੀਆਂ ਨੂੰ ਇਹੀ ਕਹਿੰਦੀ ਹੈ ਕਿ ਭਾਈ ਜੇ 10 ਹਿੱਸੇ ਤੁਹਾਡੇ ਨੇ ਤਾਂ ਇੱਕ ਅੱਧਾ ਹਿੱਸਾ ਸਾਡਾ ਵੀ ਰੱਖ ਲਓ। ਇਸ ਕਰਕੇ ਸਾਰਾ ਮਾਫੀਆ ਇਦਾਂ ਦਾ ਚੱਲਦਾ ਹੈ ਪੰਜਾਬ ਦੇ ਵਿੱਚ। ਸਾਫ਼ ਤੌਰ ਤੇ ਸਾਹਮਣੇ ਆ, ਜਿਹੜੇ ਕਹਿੰਦੇ ਰਾਜ ਨਹੀਂ ਸੇਵਾ ਕਰਨੀ ਆ, ਉਹ ਦਿਖਦਾ ਹੈ ਕਿ ਰਾਜ ਕਰਦੇ ਨੇ ਜਾਂ ਸੇਵਾ ਕਰਦੇ ਨੇ। ਜਿਹੜੇ ਕਹਿੰਦੇ ਨੇ ਕਿ ਘਰ ਘਰ ਚੱਲੀ ਗੱਲ, ਮੁੱਖ ਮੰਤਰੀ ਚੰਨੀ ਕਰਦਾ ਮਸਲੇ ਹੱਲ, ਉਹ ਵੀ ਲੋਕਾਂ ਨੂੰ ਦਿਖ ਰਿਹਾ ਕਿ ਮਸਲੇ ਕਿੰਨੇ ਕੁ ਹੱਲ ਕੀਤੇ ਜਾ ਰਹੇ ਨੇ। ਲੋਕ ਚਾਹੁੰਦੇ ਨੇ ਕਿ ਮਸਲੇ ਹੱਲ ਹੋਣ, ਇਸ ਕਰਕੇ ਸਵਾਲ ਜਿਹੜੇ ਨੇ ਉਹ ਪੈਦਾ ਨਾ ਹੋਣ। ਜੇ ਸਵਾਲ ਪੈਦਾ ਹੋਣਗੇ ਤਾਂ ਸਰਕਾਰ ਤੋਂ ਜਵਾਬ ਜ਼ਰੂਰ ਮੰਗਿਆ ਜਾਏਗਾ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।